ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮੰਚ 'ਤੇ ਬਿਰਾਜਮਾਨ ਅਤੀ ਸਤਿਕਾਰਯੋਗ ਸੰਤ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ, ਡਾਕਟਰ ਰੰਧਾਵਾ ਜੀ, ਡਾਕਟਰ ਗਰੇਵਾਲ ਜੀ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਸੋਹਣ ਸਿੰਘ ਜੀ। ਆਓ ਪਰਚਾ ਡਿਸਕਸ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਬੁਲੰਦ ਕਰੀਏ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਭਗ 1 ਮਹੀਨਾ ਪਹਿਲਾਂ ਬਾਬਾ ਜੀ ਦਾ ਹੁਕਮ ਹੋਇਆ ਸੀਗਾ ਕਿ ਰੂਹਾਨੀ ਪ੍ਰੇਮ ਦੇ ਉੱਤੇ ਇਹਨਾਂ ਨੇ ਦੱਸਿਆ ਵੀ ਸੈਮੀਨਾਰ ਕਰਵਾ ਰਹੇ ਹਾਂ, ਅਤੇ ਹੁਕਮ ਹੋਇਆ ਸੀ ਵੀ ਪਰਚਾ ਪੜ੍ਹਨਾ ਤੁਸੀਂ। ਅਤੇ ਬਾਬਾ ਜੀ, ਮੈਂ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਕਿ ਲਗਭਗ ਤੁਹਾਡੇ ਹੁਕਮ ਤੋਂ ਬਾਅਦ ਹੀ ਸੈਮੀਨਾਰ ਤਾਂ ਅੱਜ ਹੋ ਰਿਹਾ, ਇਹ ਸਾਡੇ ਇੱਕ ਤਰ੍ਹਾਂ ਕਾਲਜ ਦੇ ਵਿੱਚ ਸਟਾਫ ਰੂਮ ਦੇ ਵਿੱਚ ਸੈਮੀਨਾਰ ਰੋਜ਼ ਹੋ ਰਿਹਾ ਸੀ, ਕਿਉਂਕਿ ਕਲਾਸਿਸ ਤੋਂ ਬਾਅਦ ਜਿਹੜਾ ਫਰੀ ਟਾਈਮ ਮਿਲਦਾ ਸੀ ਤਾਂ ਮੈਂ ਉੱਥੇ ਕੁਛ ਨਾ ਕੁਛ ਝਰੀਟਦਾ ਰਹਿੰਦਾ ਸੀ, ਬੁੱਕਸ ਦੇਖਦਾ ਰਹਿ ਰਿਹਾ ਸੀ। ਮੇਰੇ ਨਾਲ ਦੇ ਸਟਾਫ ਮੈਂਬਰਸ ਉਹ ਮੈਨੂੰ ਟੀਚਰ ਕਰਨ ਲੱਗ ਗਏ। ਪਹਿਲਾਂ ਤਾਂ ਟੀਚਰ ਸ਼ੁਰੂ ਹੋਈ, ਮੁੜ ਕੇ ਉਹਨਾਂ ਨੇ ਆਪ ਪਾਰਟੀਸਪੇਟ ਕਰਨਾ ਸ਼ੁਰੂ ਕਰਤਾ। ਉਹਨਾਂ ਦੇ ਜੋ ਆਪਣੇ ਐਕਸਪੀਰੀਅੰਸ ਸੀਗੇ ਉਹ ਡਿਸਕਸ ਕਰਨ ਲੱਗ ਗਏ। ਸਾਡੇ ਇੰਗਲਿਸ਼ ਦੇ ਟੀਚਰ ਨੇ ਉਹ ਪੋਇਟਰੀ ਦੇ ਵਿੱਚ ਇਹ ਕਿਵੇਂ ਦੇਖਿਆ ਜਾਂਦਾ ਸਪਿਰਿਚੁਅਲ ਲਵ ਨੂੰ, ਉਹ ਡਿਸਕਸ ਕਰਨ ਲੱਗ ਗਏ। ਸਾਡੇ ਸੋਸ਼ੋਲੋਜੀ ਦੇ ਸਾਡੇ ਟੀਚਰ ਨੇ ਮੇਰੇ ਨਾਲ ਆਏ ਨੇ, ਇਹਨਾਂ ਨੇ ਸੋਸ਼ੋਲੋਜੀਕਲ ਪੁਆਇੰਟ ਆਫ ਵਿਊ ਤੋਂ ਮੇਰੇ ਨਾਲ ਡਿਸਕਸ ਕਰਨਾ ਸ਼ੁਰੂ ਕੀਤਾ। ਸੋ ਕੁੱਲ ਮਿਲਾ ਕੇ ਬੜਾ ਵਧੀਆ ਤਜਰਬਾ ਰਿਹਾ ਇਹਨਾਂ ਚੀਜ਼ਾਂ ਨੂੰ ਦੇਖਣ ਦਾ। ਇਹ ਚੀਜ਼ਾਂ ਦੇਖ ਕੇ ਮੈਂ ਇਹ ਨਹੀਂ ਕਹਿ ਸਕਦਾ ਕਿ ਇੱਥੇ ਕੋਈ ਵਿਖਿਆਨ ਪੇਸ਼ ਕਰਨਾ ਆ, ਕਿਉਂਕਿ ਗੁਰੂ ਸਾਹਿਬ ਦੇ ਪਾਵਨ ਬਚਨ ਨੇ, ਪ੍ਰਥਮਾ ਮਨ ਪ੍ਰਬੋਧਾ ਆਪਣਾ, ਪਾਛਾ ਅਵਰ ਰਿਝਾਵੈ। ਪਹਿਲਾਂ ਆਪਣੇ ਮਨ ਨੂੰ ਕਹਿੰਦੇ ਸਮਝਾਓ, ਫਿਰ ਦੂਜੇ ਨੂੰ ਦੱਸੋ। ਅਤੇ ਮੈਂ ਪਹਿਲਾਂ ਖਿਮਾ ਦਾ ਜਾਚਕਾਂ, ਕੋਈ ਉਪਦੇਸ਼ ਮਾਤਰ ਨਹੀਂ, ਕਿਉਂਕਿ ਇਹ ਐਕਸਰਸਾਈਜ਼ ਜਿਵੇਂ ਮੇਰੇ ਤਰੁਣ ਨੇ ਦੱਸਿਆ ਵੀ ਇੱਕ ਐਕਡੈਮਿਕ ਐਕਸਰਸਾਈਜ਼ ਹੈ। ਅਸੀਂ ਰੂਹਾਨੀ ਪ੍ਰੇਮ ਦੀ ਗੱਲ ਕਰਨ ਜਾ ਰਹੇ ਹਾਂ। ਵਿਹਾਰ ਦੇ ਵਿੱਚ ਉਹ ਪ੍ਰੇਮ ਕਿਵੇਂ ਪ੍ਰਗਟ ਹੁੰਦਾ, ਉਹ ਪ੍ਰਵਚਨ ਆਪਾਂ ਬਜ਼ੁਰਗਾਂ ਤੋਂ, ਸਾਡੇ ਵਡੇਰਿਆਂ ਤੋਂ ਆਪਾਂ ਹੁਣੇ ਸੁਣੇ ਆ। ਪਰੰਤੂ ਰੂਹਾਨੀ ਪ੍ਰੇਮ ਨੂੰ ਐਕਡੈਮਿਕਲੀ ਕਿਵੇਂ ਦੇਖਣਾ, ਰਿਸਰਚ ਬੇਸਡ ਕਿਵੇਂ ਦੇਖਣਾ, ਇਹਦੇ ਪਿੱਛੇ ਕੀ ਕੀ ਫੋਰਸਿਸ ਕੰਮ ਕਰਦੀਆਂ, ਉਹ ਆਪਾਂ ਡਿਸਕਸ ਕਰਾਂਗੇ। ਪਹਿਲਾਂ ਤੋਂ ਮੈਂ ਬਾਬਾ ਸੋਹਣ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਇਹ ਕਸਵੱਟੀ ਬੜੀ ਵੱਡੀ ਲਾਉਂਦੇ ਆ। ਪਹਿਲਾਂ ਇੱਥੋਂ ਜੇ ਮੈਨੂੰ ਯਾਦ ਹੈ ਜਿੰਨਾ ਕੁ, ਪਿਛਲਾ ਜਿਹੜਾ ਟੌਪਿਕ ਸੀਗਾ ਦੈਟ ਵਾਜ਼ ਔਨ ਅੰਦਰੂਨੀ ਰਹਿਤ। ਅੰਦਰੂਨੀ ਰਹਿਤ ਦਾ ਸੰਬੰਧ ਜਿਹੜਾ ਉਹ ਸਿੱਧਾ ਸਿੱਧਾ ਇਸ ਟੌਪਿਕ ਨਾਲ ਵੀ ਆ, ਕਿਉਂਕਿ ਜੇ ਪ੍ਰੇਮ ਹੈ ਮਨ ਦੇ ਵਿੱਚ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਹੁਣੀ ਲਿਖਦੇ ਨੇ ਕਿ ਜਿਹੜੇ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਸਾਡੇ ਇਹ 5 ਚਿੰਨ੍ਹ ਨੇ, ਇਹ ਉਹੀ ਸਿੱਖ ਰੱਖ ਸਕਦਾ ਜਿਹਦੇ ਅੰਦਰ ਕਲਗੀਧਰ ਪਾਤਸ਼ਾਹ ਦੀ ਉਹਦਾ ਪਿਆਰ ਹੈ ਮਨ ਵਿੱਚ। ਪ੍ਰੋਫੈਸਰ ਪੂਰਨ ਸਿੰਘ ਨੇ ਬੜਾ ਬਾਖੂਬੀ ਇਹਦੇ ਵਿੱਚ ਕੇਸਾਂ ਬਾਰੇ ਬੜੇ ਡਿਟੇਲ ਦੇ ਵਿੱਚ ਲਿਖਿਆ। ਸੋ ਰਹਿਤ ਵੀ ਸਾਡਾ ਪ੍ਰੇਮ ਦਾ ਹੀ ਇੱਕ ਅੰਗ ਹੈ। ਉਹ ਅੰਦਰੂਨੀ ਰਹਿਤ ਜਿਹੜੀ ਪ੍ਰੇਮ ਦੇ ਵਿੱਚੋਂ ਪ੍ਰਗਟ ਹੋਣੀ ਹੈ, ਉਹਦੇ ਪਾਸਾਰ ਕੀ ਨੇ, ਉਹ ਕੁਛ ਆਪਾਂ ਅੱਜ ਇਸ ਪਰਚੇ ਰਾਹੀਂ ਦੇਖਣ ਦਾ ਯਤਨ ਕਰਾਂਗੇ। ਸੋ ਮੈਂ ਆਪਣਾ ਪੇਪਰ ਜਿਹੜਾ ਉਹ ਸ਼ੁਰੂ ਕਰਦਾ ਹੋਇਆ
ਪਹਿਲਾਂ ਇਹਦੇ ਜਿਹੜਾ ਇੱਕ ਫਾਰਮੈਟ ਦੀ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਇਸ ਪੇਪਰ ਦੇ ਵਿੱਚ ਮੈਂ ਤਕਰੀਬਨ 2 ਪਾਰਟਸ ਦੇ ਵਿੱਚ ਪੇਪਰ ਵੰਡਿਆ। ਪਹਿਲਾ ਜਿਹੜਾ ਪੱਖ ਹੈ ਉਹ ਹੈ ਸਿਧਾਂਤਕ ਰੂਪ ਦੇ ਵਿੱਚ ਪ੍ਰੇਮ ਸ਼ਬਦ ਦੇ ਅਰਥ ਕੀ ਨੇ, ਪ੍ਰੇਮ ਸ਼ਬਦ ਦੇ ਸਮਾਨਾਰਥੀ ਸ਼ਬਦ ਕਿਹੜੇ ਨੇ, ਸਮਾਨਾਰਥੀ ਸ਼ਬਦ ਕਿਹੜੇ ਨੇ। ਇਸੇ ਤਰ੍ਹਾਂ ਪ੍ਰੇਮ ਦੀ ਪਰਿਭਾਸ਼ਾ ਕੀ ਹੈ, ਕਿੰਨੇ ਪ੍ਰਕਾਰ ਦਾ ਪ੍ਰੇਮ ਵਿਦਵਾਨਾਂ ਨੇ ਡਿਸਕਸ ਕੀਤਾ। ਇਸ ਤਰ੍ਹਾਂ ਇਸ ਭਾਗ ਦੇ ਵਿੱਚ ਥਿਓਰੈਟੀਕਲ ਜਿਹੜੀ ਸਟੱਡੀ ਹੈ, ਇਹਦੇ ਨਾਲ ਹੀ ਜਿਹੜਾ ਸੈਕਿੰਡ ਪਾਰਟ ਹੈ ਉਹਦਾ ਸੰਬੰਧ ਵਿਹਾਰਕ ਰੂਪ ਨਾਲ ਹੈ। ਵਿਹਾਰ ਦੇ ਵਿੱਚ ਪ੍ਰੇਮ ਕੀ ਹੈ, ਪ੍ਰੇਮ ਦਾ ਵਰਤਾਰਾ ਕਿਵੇਂ ਹੈ, ਪ੍ਰੇਮ ਪ੍ਰਗਟ ਕਿਵੇਂ ਹੋ ਰਿਹਾ ਹੈ, ਪ੍ਰੇਮ ਪ੍ਰਾਪਤੀ ਦੇ ਸਾਧਨ ਕੀ ਨੇ, ਸਾਨੂੰ ਗੁਰੂ ਨਾਲ ਪ੍ਰੇਮ ਸਾਡਾ ਕਿਵੇਂ ਬਣਿਆ ਹੋਵੇ, ਪ੍ਰੇਮ ਜਦੋਂ ਬਣ ਗਿਆ ਤੇ ਪ੍ਰੇਮ ਦੀ ਕਮਾਈ ਕਿੱਦਾਂ ਕਰਨੀ ਹੈ, ਜਿਹੜਾ ਕਮਾਈ ਕਰਦਾ ਉਹਦੀਆਂ ਕੀ ਨਿਸ਼ਾਨੀਆਂ ਨੇ ਉਸ ਗੁਰਸਿੱਖ ਦੀਆਂ। ਇਸੇ ਤਰ੍ਹਾਂ ਪ੍ਰੇਮ ਰਸ ਤੋਂ ਕੀ ਭਾਵ ਹੈ, ਪ੍ਰੇਮ ਪ੍ਰੀਤ ਤੋਂ ਸਖਣੇ ਜਿਹੜੇ ਮਨੁੱਖ ਨੇ, ਪ੍ਰੇਮ ਵਿਹੂਣੇ ਜਿਹੜੇ ਮਨੁੱਖ ਨੇ, ਲਾਸਟ ਵਿੱਚ ਉਹਨਾਂ ਬਾਰੇ ਥੋੜ੍ਹਾ ਜਿਹਾ ਸਮਝਣ ਦਾ ਯਤਨ ਕੀਤਾ ਕਿ ਗੁਰੂ ਸਾਹਿਬ ਉਹਨਾਂ ਬਾਰੇ ਕੀ ਕਹਿੰਦੇ ਨੇ। ਸੋ ਗੁਰੂ ਪਿਆਰੇ ਖਾਲਸਾ ਜੀਓ, ਇਸ ਪਰਚੇ ਦੀ ਜਦੋਂ ਸਟੱਡੀ ਕੀਤੀ, ਇਸ ਟੌਪਿਕ ਨੂੰ ਮੁੱਖ ਰੱਖ ਕੇ ਜਦੋਂ ਪੜ੍ਹਨਾ ਸ਼ੁਰੂ ਕੀਤਾ, 2-3 ਜਿਹੜੀਆਂ ਕਿਤਾਬਾਂ ਪੁਰਾਣੀਆਂ ਸਾਹਮਣੇ ਆਈਆਂ। ਗਿਆਨੀ ਮਨੀ ਸਿੰਘ, ਉਹਨਾਂ ਦੀ ਕਿਤਾਬ ਹੈ ਪ੍ਰੇਮ ਪਦਾਰਥ, ਬਹੁਤ ਪੁਰਾਣੀ ਕਿਤਾਬ ਹੈ, ਅੱਜ ਕੱਲ੍ਹ ਸ਼ਾਇਦ ਪਬਲਿਸ਼ ਵੀ ਨਹੀਂ ਹੋ ਰਹੀ, ਰੀਪ੍ਰਿੰਟ ਨਹੀਂ ਹੋਈ ਮੁੜ ਕੇ। ਬੇਸਿਕਲੀ ਉਹਨੂੰ ਆਧਾਰ ਬਣਾਇਆ ਇਸ ਪਰਚੇ ਦਾ। ਇਸ ਤੋਂ ਇਲਾਵਾ ਡਾਕਟਰ ਜਸਵੰਤ ਸਿੰਘ ਨੇਕੀ, ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਬਾਖੂਬ ਪ੍ਰੇਮ ਬਾਰੇ ਵਿਆਖਿਆ ਪੇਸ਼ ਕੀਤੀ ਹੈ। ਉਹਨਾਂ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਅੰਗਰੇਜ਼ੀ ਦੇ ਵਿਦਵਾਨ ਨੇ, ਉਹਨਾਂ ਨੂੰ ਆਧਾਰ ਬਣਾਇਆ ਇਸ ਪਰਚੇ ਦਾ, ਉਹ ਕਿਵੇਂ ਦੇਖਦੇ ਨੇ। ਪੰਜਾਬੀ ਸਾਹਿਤ ਦੇ ਜਿਹੜੇ ਸਾਡੇ ਕਿੱਸਾਕਾਰ ਨੇ, ਉਹ ਕਿਵੇਂ ਪ੍ਰੇਮ ਨੂੰ ਦੇਖਦੇ ਨੇ। ਅੰਤ ਵਿੱਚ ਸਭ ਤੋਂ ਵੱਡਮੁੱਲਾ ਜਿਹੜਾ ਸਰੋਤ ਹੈ ਗੁਰਬਾਣੀ, ਕਿਉਂਕਿ ਪਰਚੇ ਦਾ ਆਧਾਰ ਹੀ ਗੁਰਬਾਣੀ ਹੈ। ਬਾਣੀ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਪ੍ਰੇਮ ਪ੍ਰਥਾਏ ਕੀ ਉਪਦੇਸ਼ ਦਿੱਤੇ ਨੇ, ਬਾਣੀ ਦੇ ਵਿੱਚ ਕਿਸ ਲਹਿਜ਼ੇ ਨਾਲ ਪ੍ਰੇਮ ਦੀ ਪ੍ਰਸਤੁਤੀ ਹੋਈ ਹੈ, ਉਹ ਸਾਰੀਆਂ ਗੱਲਾਂ ਇਸ ਪਰਚੇ ਵਿੱਚ ਸਮੇਟਣ ਦਾ ਯਤਨ ਕੀਤਾ। ਸੋ ਜੇ ਆਪਾਂ ਗੌਰ ਨਾਲ ਵਿਚਾਰੀਏ ਤਾਂ ਜਿਹੜਾ ਪਿਆਰ ਹੈ ਬੜਾ ਇੱਕ ਕੰਪਲੈਕਸ ਸੰਕਲਪ ਹੈ, ਗੁੰਝਲਦਾਰ ਹੈ। ਪਿਆਰ ਦੀ ਵਿਆਖਿਆ ਸਮੇਂ-ਸਮੇਂ 'ਤੇ ਵਿਦਵਾਨ ਕਰਦੇ ਆਏ ਨੇ, ਅੰਤਮ ਕੋਈ ਵੀ ਨਹੀਂ। ਜਿਹੋ ਜੀ ਜਿਸ ਦੀ ਪਹੁੰਚ ਹੋਈ ਉਹੋ ਜਿਹਾ ਉਸਨੇ ਬਿਆਨ ਕਰ ਦਿੱਤਾ ਵੀ ਪ੍ਰੇਮ ਆਹ ਚੀਜ਼ ਹੈ। ਅੰਤਮ ਤਾਂ ਬਾਣੀ 'ਚ ਜੋ ਦੱਸਿਆ ਹੈ ਪ੍ਰੇਮ ਉਹੀ ਹੈ, ਪਰੰਤੂ ਐਕਡੈਮਿਕਲੀ ਜਿਹੜੇ ਵਿਦਵਾਨਾਂ ਨੇ ਗੱਲਾਂ ਕੀਤੀਆਂ ਉਹਨਾਂ ਨੂੰ ਆਪਾਂ ਕਿਸੇ ਰੂਪ ਵਿੱਚ ਵੀ ਅੰਤਮ ਨਹੀਂ ਮੰਨ ਸਕਦੇ। ਕਈ ਵਿਦਵਾਨਾਂ ਨੇ ਪ੍ਰੇਮ ਨੂੰ ਵੈਲਿਊ ਸਿਸਟਮ ਦੇ ਨਾਲ ਜੋੜਿਆ। ਵੈਲਿਊ ਸਿਸਟਮ ਕੀਮਤਾਂ ਨਾਲ, ਕੀਮਤ ਕੀ ਚੀਜ਼ ਹੈ ਜਿਸ ਦਾ ਕਿ ਅੱਜ ਜੀਵਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੇ ਮਨਫੀ ਹੋ ਰਹੀਆਂ ਨੇ, ਉਹ ਕੀਮਤਾਂ ਦੇ ਵਿੱਚੋਂ ਇੱਕ ਕੀਮਤ ਪ੍ਰੇਮ ਨੂੰ ਦਰਸਾਇਆ। ਅਸਲ ਵਿੱਚ ਦੇਖੀਏ ਤਾਂ ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਪਿਆਰ ਹੈ ਜਿਹੜਾ, ਪ੍ਰੇਮ ਹੈ ਜਿਹੜਾ, ਉਹ ਬੰਦੇ ਦਾ ਜੀਵਨ ਮਨੋਰਥ ਹੈ, ਬੰਦੇ ਦਾ ਏਮ ਹੈ, ਲਕਸ਼ ਹੈ ਲਾਈਫ ਦਾ। ਉਹ ਕਹਿੰਦੇ ਨਾ ਵੀ he who has no aim is his poorest of all। ਕਹਿੰਦੇ ਜਿਹਦਾ ਕੋਈ ਜੀਵਨ ਦੇ ਵਿੱਚ ਉਦੇਸ਼ ਨਹੀਂ ਵੀ ਜੀਵਨ 'ਚ ਕਰਨਾ ਕੀ ਆ, ਸਭ ਤੋਂ ਕਹਿੰਦੇ ਗਰੀਬ ਆਦਮੀ ਆ। ਇਸੇ ਤਰ੍ਹਾਂ ਸਾਨੂੰ ਗੁਰੂ ਸਾਹਿਬ ਸਾਡਾ ਉਦੇਸ਼, ਜੀਵਨ ਦਾ ਉਦੇਸ਼, ਇਸ ਸੰਸਾਰ ਦੇ ਵਿੱਚ ਕੀ ਕਰਨ ਆਏ ਹਾਂ, ਸਾਨੂੰ ਰੋਜ਼ ਯਾਦ ਕਰਾਉਂਦੇ ਆ। ਭਈ ਪ੍ਰਾਪਤੇ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਨਾਮ ਹੀ ਪਿਆਰ ਹੈ। ਆਪਾਂ ਅੱਗੇ ਦੇਖਾਂਗੇ ਗੁਰੂ ਸਾਹਿਬ ਕਿਵੇਂ ਦੱਸ ਰਹੇ ਨੇ ਸਾਨੂੰ ਕਿ ਨਾਮ ਹੀ ਪ੍ਰੇਮ ਪਦਾਰਥ ਹੈ। ਨਾਮ ਅਤੇ ਪਿਆਰ ਦੇ ਵਿੱਚ ਕੋਈ ਫਰਕ ਨਹੀਂ। ਜਿਵੇਂ ਨਾਮ ਦੇ ਨਾਮੀ ਵਿੱਚ ਕੋਈ ਫਰਕ ਨਹੀਂ, ਪ੍ਰੇਮ ਤੇ ਪ੍ਰੇਮੀ ਵਿੱਚ ਵੀ ਕੋਈ ਫਰਕ ਨਹੀਂ। ਇਸ ਲਿਹਾਜ਼ ਨਾਲ ਸਿੱਖ ਧਰਮ ਦਾ ਜਿਹੜਾ ਧੁਰਾ ਹੈ ਉਹ ਨਾਮ ਹੈ।
ਜਿਹਦੀ ਪ੍ਰਾਪਤੀ ਦਾ ਸਾਧਨ ਪ੍ਰੇਮ ਹੈ। ਨਾਮ ਪ੍ਰਾਪਤ ਕਿਵੇਂ ਹੁੰਦਾ? ਪ੍ਰੇਮ ਰਾਹੀਂ। ਇਸ ਕਰਕੇ ਪ੍ਰੇਮ ਤੇ ਨਾਮ ਦਾ ਡੂੰਘਾ ਸੰਬੰਧ ਹੈ। ਜਿੰਨਾ ਚਿਰ ਜਗਿਆਸੂ ਨਾਮ ਨਾਲ ਨਹੀਂ ਜੁੜਦਾ, ਪ੍ਰੇਮ ਦੀ ਪ੍ਰਾਪਤੀ ਉਹਨੂੰ ਨਹੀਂ ਹੁੰਦੀ। ਵਿਦਵਾਨਾਂ ਦੀ ਜੇ ਗੱਲ ਕਰੀਏ ਤਾਂ ਪ੍ਰੇਮ ਦੇ ਅਰਥ ਆਪੋ ਆਪਣੀ ਬੁੱਧ ਅਨੁਸਾਰ ਕੀਤੇ ਨੇ ਉਹਨਾਂ ਨੇ। ਜਿਵੇਂ ਭਾਈ ਕਾਹਨ ਸਿੰਘ ਜੀ ਨਾਭਾ ਨੇ, ਉਹ ਪ੍ਰੇਮ ਦੇ ਅਰਥ ਪਿਆਰ ਦਾ ਭਾਵ ਕਰਦੇ ਨੇ। ਸਨੇਹ ਵੀ ਇਸ ਦਾ ਇੱਕ ਰੂਪ ਦੱਸਦੇ ਆ। ਇਸੇ ਤਰ੍ਹਾਂ ਭਾਈ ਵੀਰ ਸਿੰਘ ਜੀ ਬਾਬਾ ਜੀ ਨੇ ਗੱਲ ਕੀਤੀ ਸੀ ਉਹਨਾਂ ਬਾਰੇ, ਉਹ ਪ੍ਰੇਮ ਤੋਂ ਭਾਵ ਪਿਆਰ, ਪ੍ਰੀਤੀ ਅਤੇ ਸਨੇਹ ਲੈਂਦੇ ਨੇ। ਡਾਕਟਰ ਨੇਕੀ ਦੇ ਬਾਰੇ ਦੱਸਿਆ, ਉਹ ਵੀ ਇਹਨਾਂ ਅਰਥਾਂ ਤੋਂ ਸਹਿਮਤ ਹੁੰਦੇ ਨੇ। ਡਾਕਟਰ ਜੱਗੀ ਨੇ ਪ੍ਰੇਮ ਦੇ ਅਰਥ ਅਨੁਰਾਗ ਤੇ ਮੁਹੱਬਤ ਕੀਤੇ ਨੇ। ਇਹ ਸਾਰੇ ਅਰਥ ਜਿਹੜੇ ਵਿਦਵਾਨਾਂ ਨੇ ਕੀਤੇ ਨੇ, ਇਹਨਾਂ ਦੇ ਪਰਥਾਏ ਗੁਰਬਾਣੀ ਦੇ ਵਿੱਚ ਬਾਖੂਬੀ ਸਾਨੂੰ ਪ੍ਰਮਾਣ ਮਿਲਦੇ ਨੇ। ਮੈਂ ਪੇਪਰ ਵਿੱਚ ਕੋਡ ਕੀਤੇ ਆ, ਉਹ ਸਾਰੀਆਂ ਬਾਣੀ ਦੀਆਂ ਤੁਕਾਂ ਨੇ ਜਿਹੜੀਆਂ, ਉਹ ਪੜ੍ਹਨੀਆਂ ਸੰਭਵ ਨਹੀਂ। ਜੇ ਕਿਸੇ ਵੀਰ ਭੈਣ ਦੀ ਇੱਛਾ ਹੋਵੇ ਤਾਂ ਬਾਅਦ ਵਿੱਚੋਂ ਪਰਚਾ ਲੈ ਸਕਦਾ। ਪ੍ਰੇਮ ਪਰਥਾਏ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਬਦ ਸਾਨੂੰ ਮਿਲਦੇ ਆ। ਬੜੇ ਰੂਪਾਂ ਵਿੱਚ ਪ੍ਰੇਮ ਦੀ ਜਿਹੜਾ ਵਿਖਿਆਨ ਹੈ ਗੁਰੂ ਸਾਹਿਬ ਨੇ ਸਾਨੂੰ ਸਾਡੇ ਸਾਹਮਣੇ ਬਾਣੀ ਰਾਹੀਂ ਪੇਸ਼ ਕੀਤਾ। ਪ੍ਰੇਮ ਦੇ ਸਮਾਨਾਰਥੀ ਸ਼ਬਦ ਨੇ, ਜਿਵੇਂ ਪਿਆਰ, ਪ੍ਰੀਤ, ਨੇਹ। ਬੜਾ ਸੁੰਦਰ ਸ਼ਬਦ ਹੈ ਨੇਹ, ਬਾਬਾ ਫਰੀਦ ਸਾਹਿਬ ਨੇ ਵੀ ਵਰਤਿਆ। ਅਸਨੇਹ ਦੂਜਾ ਰੂਪ ਇਹਦਾ। ਹਿਤ, ਹੇਤ, ਰਤੀ, ਏਕ ਰਤੀ ਬਿਨ ਏਕ ਰਤੀ ਕੇ। ਭਾਉ, ਭਾਏ, ਇਹ ਸਾਰੇ ਸ਼ਬਦ ਪ੍ਰੇਮ ਦੇ ਸਮਾਨਾਰਥੀ ਨੇ। ਇਸੇ ਤਰ੍ਹਾਂ ਗੁਰਬਾਣੀ ਵਿੱਚ ਇਸਲਾਮਿਕ ਵਿਚਾਰਧਾਰਾ ਦੇ ਸ਼ਬਦ ਵੀ ਕੁਝ ਪ੍ਰੇਮ ਪਰਥਾਏ ਵਰਤੇ ਗਏ ਨੇ। ਜਿਵੇਂ ਇਸ਼ਕ, ਆਸਕੀ। ਆਸਕੀ ਸ਼ਬਦ ਬੋਲਿਆ ਮੈਂ, ਧਿਆਨ ਦੇਣਾ, ਆਸ਼ਕੀ ਨਹੀਂ ਬੋਲਿਆ। ਗੁਰਬਾਣੀ ਵਿੱਚ ਬਿੰਦੀ ਰਹਿਤ ਆਇਆ। ਸ਼ ਦੀ ਵਰਤੋਂ ਕਿਤੇ ਵੀ ਗੁਰੂ ਪਿਆਰੇ ਖਾਲਸਾ ਜੀ ਗੁਰਬਾਣੀ ਵਿੱਚ ਨਹੀਂ ਹੋਈ। ਲਿਖਤੀ ਰੂਪ ਦੇ ਵਿੱਚ ਸ਼, ਸੱਸੇ ਪੈਰ ਬਿੰਦੀ ਗੁਰਬਾਣੀ ਵਿੱਚ ਕਿਤੇ ਨਹੀਂ ਆਇਆ, ਇਸ ਲਈ ਸਾਨੂੰ ਉਚਾਰਨ ਨਹੀਂ ਕਰਨਾ ਚਾਹੀਦਾ। ਪਰੰਤੂ ਅੱਜ ਅਸੀਂ ਬਿੰਦੀਆਂ ਥੋਕ ਦੇ ਭਾਅ ਲਾ ਰਹੇ ਹਾਂ, ਸੌਰੀ। ਇਸੇ ਤਰ੍ਹਾਂ ਮੁਹੱਬਤ, ਆਸਕੀ ਦੇ ਪਰਥਾਏ ਜਿਵੇਂ ਪ੍ਰਵਚਨ ਹੈ, ਇਹ ਇੱਕ ਨਹੀਂ ਆਸਕੀ ਦੂਜਾ ਲੱਗਾ ਜਾਏ। ਇਸ਼ਕ ਬਾਰੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਇਸੇ ਤਰ੍ਹਾਂ ਮੁਹੱਬਤ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਸੋ ਐਸੇ ਕਈ ਪ੍ਰਵਚਨ ਸਾਨੂੰ ਮਿਲਦੇ ਨੇ ਜਿਹੜੇ ਪ੍ਰੇਮ ਪ੍ਰਥਾਏ ਗੁਰੂ ਸਾਹਿਬਾਨ ਨੇ ਵੱਖ-ਵੱਖ ਰੂਪ ਦੇ ਵਿੱਚ ਗੁਰਬਾਣੀ ਵਿੱਚ ਸਾਡੇ ਸਾਹਮਣੇ ਰੱਖੇ ਨੇ। ਇਹਨਾਂ ਸਾਰਿਆਂ ਦਾ ਜਦੋਂ ਆਪਾਂ ਐਨਾਲਿਸਿਸ ਕਰਦੇ ਹਾਂ ਤਾਂ ਅਸੀਂ ਇਹ ਸਮਝ ਬਣਦੀ ਹੈ ਸਾਡੀ ਕਿ ਪ੍ਰੇਮ ਸ਼ਬਦਾਂ ਦਾ ਮੁਹਤਾਜ ਨਹੀਂ, ਸ਼ਬਦਾਂ ਦਾ ਮੁਹਤਾਜ ਨਹੀਂ। ਇਹ ਕੇਵਲ ਜਜ਼ਬਾਤ ਹੈ, ਅੰਦਰਲਾ ਜਜ਼ਬਾਤ ਹੈ, ਜਿਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਕੇਵਲ ਫੀਲ ਕੀਤਾ ਜਾ ਸਕਦਾ ਹੈ। ਅੱਗੇ ਗੱਲ ਕਰਾਂਗੇ, ਇਹ ਵਰਡਸ ਦੇ ਵਿੱਚ ਨਹੀਂ ਆਉਂਦਾ, ਅਬੋਲ ਹੈ, ਬੋਲਾਂ ਰਹਿਤ ਹੈ। ਅੱਗੇ ਜਾ ਕੇ ਗੱਲ ਕਰਾਂਗੇ। ਇਸੇ ਤਰ੍ਹਾਂ ਜਦੋਂ ਆਪਾਂ ਪ੍ਰੇਮ ਦੇ ਪਰਿਭਾਸ਼ਾ ਦੀ ਗੱਲ ਕਰਦੇ ਹਾਂ, ਕਿਉਂਕਿ ਐਕਡੈਮਿਕ ਐਕਸਰਸਾਈਜ਼ ਹੈ, ਵਿਦਵਾਨਾਂ ਨੇ ਆਪੋ ਆਪਣੇ ਢੰਗ ਨਾਲ ਪ੍ਰੇਮ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਨੇ। ਪ੍ਰੇਮ ਇੱਕ ਕਹਿੰਦੇ ਸਿਰਜਨਾਤਮਕ ਸ਼ਕਤੀ ਹੈ, ਸਿਰਜਣਾ ਕਰਦੀ ਹੈ, ਜਿਸ ਨੂੰ ਜੇਕਰ ਮਨ, ਬੁੱਧੀ ਅਤੇ ਸਰੀਰ ਰਾਹੀਂ ਸੁਭਾਵਿਕ ਰੂਪ ਵਿੱਚ ਪ੍ਰਵਾਹਿਤ ਨਾ ਹੋਣ ਦਿੱਤਾ ਜਾਏ ਤਾਂ ਇਹ ਕ੍ਰੋਧ ਅਤੇ ਅਭਿਮਾਨ ਅਧੀਨ ਹੋ ਕੇ ਸਾਰਾ ਕੁਝ ਨਾਸ਼ ਕਰ ਦਿੰਦੀ ਹੈ। ਇੱਕ ਸ਼ਕਤੀ ਹੈ, ਇੱਕ ਐਨਰਜੀ ਹੈ ਪ੍ਰੇਮ, ਜਿਹੜੇ ਕਿ ਮਤਲਬ ਸਾਡੇ ਮਨ, ਸਾਡੀ ਬੁੱਧੀ, ਸਾਡਾ ਸਰੀਰ, ਤਿੰਨ ਚੀਜ਼ਾਂ ਹੈ, ਇਹਨੂੰ ਕੰਟਰੋਲ ਦੇ ਵਿੱਚ ਰੱਖਦੀ ਹੈ। ਇਹ ਸਾਡੇ ਸਰੀਰ ਨੂੰ ਵੀ, ਸਾਡੀ ਬੁੱਧੀ ਨੂੰ ਵੀ, ਸਾਡੇ ਮਨ ਨੂੰ ਵੀ। ਅੱਗੇ ਜਾ ਕੇ ਗੱਲਾਂ ਕਰਾਂਗੇ ਸਾਰੀਆਂ। ਪ੍ਰੇਮ ਇੱਕ ਅਹਿਸਾਸ ਹੈ ਜਿਸ ਨੂੰ ਪਰਿਭਾਸ਼ਿਤ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ। ਇਸੇ ਲਈ
ਆਪੋ ਆਪਣੀ ਬੁੱਧ ਹੈ ਜੇਤੀ, ਆਪੋ ਆਪਣੀ ਬੁੱਧ ਦੇ ਅਨੁਸਾਰ ਵਿਦਵਾਨਾਂ ਨੇ ਇਹ ਐਕਡੈਮਿਕ ਐਕਸਰਸਾਈਜ਼ ਕੀਤੀ ਹੈ। ਗਿਆਨੀ ਮਨੀ ਸਿੰਘ ਕਹਿੰਦੇ ਨੇ ਕਿ ਦੋ ਰੂਹਾਂ ਤੇ ਇੱਕ ਖਿਆਲ, ਦੋ ਦਿਲ ਤੇ ਇੱਕ ਆਵਾਜ਼ ਦਾ ਨਾਮ ਪ੍ਰੇਮ ਹੈ, ਜਿਹਨੂੰ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਿਆਨ ਕੀਤਾ ਕਿ ਦੋਏ ਮੂਰਤੀ ਏਕ ਜੋਤ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਇੱਕ ਜੋਤ ਹੈ, ਦੋ ਮੂਰਤੀਆਂ ਭਾਵ ਦੋ ਸਰੀਰ ਨੇ, ਧਨ ਤੇ ਫਿਰ ਹਸਬੈਂਡ ਤੇ ਵਾਈਫ ਉਹ ਨੇ। ਉਹ ਪਿਆਰ ਦੀ ਸਿਖਰ ਹੈ, ਸਿਖਰ ਹੈ। ਜਿਹੜਾ ਪਿਆਰ ਦਾ ਵਰਤਾਰਾ ਹੈ ਉਹ ਪੇਪਰ ਵਿੱਚ ਅੱਗੇ ਡਿਸਕਸ ਕੀਤਾ ਵੀ ਨਿੱਜ ਤੋਂ ਸ਼ੁਰੂ ਹੋ ਕੇ, ਸੈਲਫ ਤੋਂ ਸ਼ੁਰੂ ਹੋ ਕੇ ਪ੍ਰਭੂ ਤੱਕ ਜਾਂਦਾ, ਉਹਦੀਆਂ ਸਟੇਜਿਸ ਨੇ। ਇਸੇ ਤਰ੍ਹਾਂ ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦੇ ਨੇ ਪ੍ਰੇਮ ਹੈ ਜਿਹੜਾ ਉਹ ਆਪਣੇ ਆਪ ਤੋਂ ਛੁੱਟ ਕਿਸੇ ਹੋਰ ਲਈ ਦਿਲ ਨੂੰ ਮਹਿਸੂਸ ਹੁੰਦੀ ਭਾਵਨਾ ਤੇ ਸੁਖਾਵਣ ਵਾਲੀ ਖਿੱਚ ਦਾ ਨਾਮ ਹੈ। ਆਪਣੇ ਆਪ ਤੋਂ ਛੁੱਟ, ਆਪਣੇ ਆਪ ਤੋਂ ਇਲਾਵਾ ਕਿਸੇ ਹੋਰ ਲਈ ਜਦੋਂ ਸਾਡੇ ਦਿਲ ਦੇ ਵਿੱਚ ਕਿਸੇ ਪ੍ਰਤੀ ਕੋਈ ਖਿੱਚ ਆ ਰਹੀ ਹੈ, ਕਹਿੰਦੇ ਉਹ ਪ੍ਰੇਮ ਹੈ। ਪ੍ਰੇਮ ਪ੍ਰਥਾਏ ਬੱਚੇ ਬੈਠੇ ਆ, ਮੈਂ ਥੋੜ੍ਹਾ ਜਿਹਾ ਇੰਟਰਸਟ ਕ੍ਰੀਏਟ ਕਰਨ ਲਈ ਇਹਨਾਂ ਨੂੰ ਇੱਕ ਪ੍ਰੇਮ ਦੀ ਸਾਖੀ ਸੁਣਾਉਣਾ, ਗਾਥਾ ਇੱਕ। ਈਸਾਈ ਧਰਮ ਦੇ ਇੱਕ ਮਹਾਤਮਾ ਹੋਏ ਨੇ ਯਹੂਨਾ। ਹੀ ਵਾਜ਼ ਅਮੰਗਸਟ 12 ਫਾਲੋਅਰਸ ਆਫ ਜੀਸਸ ਕ੍ਰਾਈਸਟ। ਜੀਸਸ ਕ੍ਰਾਈਸਟ ਦੇ ਜਿਹੜੇ 12 ਚੇਲੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਸਨ ਇਹ। ਬੜੀ ਰੌਚਕ ਕਥਾ ਉਹਨਾਂ ਦੀ। ਕਹਿੰਦੇ ਨੇ ਜਦੋਂ ਯਹੂਨਾ ਬਹੁਤ ਬਜ਼ੁਰਗ ਹੋ ਗਏ, ਤੁਰਨਾ ਫਿਰਨਾ ਵੀ ਨਹੀਂ ਸੀ ਉਹਨਾਂ ਲਈ ਪੋਸੀਬਲ, ਮੁੱਖੋਂ ਬੋਲ ਵੀ ਨਹੀਂ ਸੀ ਪੂਰੇ ਸਮਝ ਆਉਂਦੇ ਕੀ ਬੋਲਦੇ ਨੇ। ਇੰਨੀ ਬਜ਼ੁਰਗੀ ਅਵਸਥਾ ਦੇ ਵਿੱਚ ਕਿਸੇ ਸੰਸਥਾ ਨੇ ਕੋਈ ਪ੍ਰੋਗਰਾਮ ਰੱਖਿਆ ਬੱਚਿਆਂ ਦਾ, ਅਤੇ ਜਾ ਕੇ ਬਜ਼ੁਰਗਾਂ ਨੂੰ, ਯਹੂਨਾ ਨੂੰ ਬੇਨਤੀ ਕੀਤੀ ਕਿ ਤੁਸੀਂ ਕੁਛ ਪਲਾਂ ਲਈ, ਕੁਛ ਸਮੇਂ ਲਈ ਬੱਚਿਆਂ ਨੂੰ ਕੋਈ ਉਪਦੇਸ਼ ਦਿਓ। ਉਹ ਕਹਿੰਦੇ ਭਾਈ ਮੇਰੇ ਤਾਂ ਬੋਲ ਹੀ ਨਹੀਂ ਸਮਝ ਆਉਂਦੇ, ਮੈਂ ਇਸ ਅਵਸਥਾ 'ਚ, ਬਜ਼ੁਰਗੀ ਅਵਸਥਾ 'ਚ ਕੀ ਬੱਚਿਆਂ ਨੂੰ ਉਪਦੇਸ਼ ਦੇਵਾਂਗਾ। ਜਿਹੜੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਸੀਗੇ ਉਹਨਾਂ ਨੇ ਬੜਾ ਫੋਰਸ ਕੀਤਾ, ਨਹੀਂ ਤੁਹਾਡਾ ਦੋ ਬੋਲ ਹੀ ਬੱਚਿਆਂ ਲਈ ਬੜੇ ਲਾਹੇਵੰਦ ਹੋਣਗੇ, ਤੁਸੀਂ ਚਾਹੇ ਆ ਕੇ ਦੋ ਬੋਲ ਬੋਲੋ ਪਰ ਬੱਚਿਆਂ ਨੂੰ ਤੁਸੀਂ ਆ ਕੇ ਦੱਸੋ। ਯਹੂਨਾ ਦੇ ਮਨ ਦੇ ਵਿੱਚ ਉਤਸ਼ਾਹ ਜਾਗਿਆ, ਜਿਵੇਂ ਕਿਵੇਂ ਪਹੁੰਚੇ ਤਾਂ ਉਹਨਾਂ ਨੇ ਜਾ ਕੇ ਬੱਚਿਆਂ ਨੂੰ ਕਿਹਾ, ਛੋਟੇ ਬੱਚਿਓ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਛੋਟੇ ਬੱਚਿਓ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਦੂਜੀ ਵਾਰ ਫਿਰ ਰਿਪੀਟ ਕੀਤਾ, ਬੱਚਿਓ ਆਪਸ ਵਿੱਚ ਪਿਆਰ ਕਰੋ। ਤੀਜੀ ਵਾਰ ਉਹਨਾਂ ਨੇ ਫਿਰ ਉਹੀ ਵਚਨ ਦੁਹਰਾਇਆ ਕਿ ਤੁਹਾਨੂੰ ਆਪਸ ਦੇ ਵਿੱਚ ਪਿਆਰ ਰੱਖਣਾ ਚਾਹੀਦਾ ਹੈ। 3 ਵਚਨ ਬੋਲ ਕੇ ਉਹ ਫਤਿਹ ਬੁਲਾ ਕੇ ਜੋ ਵੀ ਉਹਨਾਂ ਦਾ ਸਿਸਟਮ ਹੈ ਉਸ ਸਟੇਜ ਤੋਂ ਆ ਗਏ। ਪ੍ਰੋਗਰਾਮ ਖਤਮ ਹੋਇਆ ਤਾਂ ਪ੍ਰਬੰਧਕਾਂ ਨੇ ਆ ਕੇ ਕਿਹਾ ਕਿ ਸੰਤ ਜੀ ਤੁਸੀਂ ਇੱਕੋ ਬੋਲ ਨੂੰ 3 ਵਾਰੀ ਰੈਪੀਟੇਟਿਵਲੀ ਕਿਹਾ ਅਤੇ ਇੱਕੋ ਬੋਲ ਬੋਲਣ ਲਈ ਤੁਸੀਂ ਇੱਥੇ ਆਏ ਸੀਗੇ। ਅਸੀਂ ਤਾਂ ਸੋਚਦੇ ਸੀ ਤੁਸੀਂ ਬੱਚਿਆਂ ਨੂੰ ਕੋਈ ਆਪਣੇ ਜੀਵਨ ਭਰ ਦੇ ਐਕਸਪੀਰੀਅੰਸ ਦੇ ਵਿੱਚੋਂ ਕੁਝ ਦੱਸੋਗੇ। ਤਾਂ ਉਹਨਾਂ ਦਾ ਜਵਾਬ ਸੀ ਕਿ ਭਲਿਓ ਇਹ ਇੱਕ ਬੋਲ ਹੀ ਜ਼ਿੰਦਗੀ ਦੇ ਸਾਰੇ ਤਜਰਬੇ ਦਾ ਨਿਚੋੜ ਹੈ। ਪ੍ਰੇਮ ਦੇ ਵਿੱਚ ਜ਼ਿੰਦਗੀ ਦੇ ਸਾਰੇ ਤਜਰਬੇ ਸਮੋਏ ਹੋਏ ਨੇ। ਪਿਆਰ ਵਿੱਚ ਹੀ ਸਾਰੇ ਇਨਸਾਨੀ ਗੁਣ ਭਰੇ ਹੋਏ ਹਨ। ਜੇ ਪਿਆਰ ਕਰਨਾ ਆ ਜਾਵੇ ਤਾਂ ਪਿਆਰ ਬੱਚੇ ਨੂੰ ਅਕਲਮੰਦ ਬਣਾਉਂਦਾ। ਜੇ ਬੱਚਾ ਅਕਲਮੰਦ ਹੋ ਜਾਵੇ ਤਾਂ ਇਨਸਾਨ ਪ੍ਰੇਮ ਜ਼ਰੂਰ ਕਰਦਾ ਹੈ। ਆਈ ਰਿਪੀਟ, ਪਿਆਰ ਹੀ ਬੱਚਿਆਂ ਨੂੰ ਅਕਲਮੰਦ ਬਣਾਉਂਦਾ ਹੈ ਅਤੇ ਜੇ ਪਿਆਰ ਹੋ ਜਾਵੇ ਤਾਂ ਇਨਸਾਨ ਪ੍ਰੇਮ ਹੈ ਜਿਹੜਾ ਸਿਖਰ ਪ੍ਰੇਮ ਦਾ, ਰੂਹਾਨੀ ਪ੍ਰੇਮ ਜਿਹਦੀ ਗੱਲ ਕਰ ਰਹੇ ਹਾਂ, ਉਹ ਜ਼ਰੂਰ ਕਰਦਾ। ਸੋ ਐਸੀ ਗਾਥਾ ਸਾਨੂੰ ਮੋਟੀਵੇਟ ਕਰਨ ਲਈ ਮੈਂ ਵਿੱਚ ਡਿਸਕਸ ਕੀਤੀ ਸੀ।
प्रेम ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਵਿਦਵਾਨਾਂ ਨੇ 4 ਕਿਸਮਾਂ ਦਸੀਆਂ। ਪਹਿਲੀ ਅਸਰ ਰਸੂਖ, ਦੂਜੀ ਕਰਮ, ਤੀਜੀ ਗੁਣ, ਚੌਥੀ ਜਾਤੀ ਪ੍ਰੇਮ। ਅਸਰ ਰਸੂਖ ਤੋਂ ਭਾਵ ਹੈ ਵੀ ਕਿਸੇ ਵਿਅਕਤੀ ਨੂੰ ਮੁਹੱਬਤ ਕਿਸੇ ਨਾਲ ਹੋਵੇ, ਪਿਆਰ ਹੋਵੇ ਤਾਂ ਉਹਦਾ ਜਦੋਂ ਅਸਰ ਖਤਮ ਹੋ ਜਾਵੇ ਉਹ ਮੁਹੱਬਤ ਵੀ ਖਤਮ ਹੋ ਜਾਂਦੀ ਹੈ। ਮੇਰਾ ਸਟੂਡੈਂਟ ਹੈ ਕੋਈ, ਮੇਰੀ ਉਹਦੇ ਸਟੂਡੈਂਟ ਨਾਲ ਇੱਕ ਸਨੇਹ ਆ, ਉਹ ਸਟੂਡੈਂਟ ਨੂੰ ਮੇਰੇ ਤੱਕ ਸਨੇਹ ਆ ਮੇਰੇ ਨਾਲ, ਜਦੋਂ ਮੈਂ ਉਹ ਪੜ੍ਹਾਉਣਾ ਛੱਡ ਗਿਆ ਤਾਂ ਉਹਦੀ ਮੁਹੱਬਤ ਵੀ ਗਈ। ਦੂਜਾ ਹੈ ਕਰਮ, ਪਿਆਰ ਕਿਸੇ ਕਰਮ ਕਰਕੇ ਕੀਤਾ ਜਾਂਦਾ। ਇਹ ਆਪਾਂ ਸਾਰੀ ਦੁਨਿਆਵੀ ਲੈਵਲ 'ਤੇ ਗੱਲਾਂ ਕਰ ਰਹੇ ਹਾਂ, ਰੂਹਾਨੀ ਪ੍ਰੇਮ 'ਤੇ ਆਪਾਂ ਆਵਾਂਗੇ। ਕਿਉਂਕਿ ਜਿਹੜਾ ਪਿਆਰ ਹੈ ਉਹ ਜੇ ਸਾਨੂੰ ਇਉਂ ਸਮਝ ਨਹੀਂ ਕਿ ਇਹਦੀ ਸ਼ੁਰੂਆਤੀ ਜਿਹੜੀ ਅਵਸਥਾ ਉਹ ਕੀ ਹੈ ਤਾਂ ਅੱਗੇ ਆਪਾਂ ਵੱਧ ਨਹੀਂ ਸਕਦੇ। ਕਰਮ ਕਰਕੇ ਕਿਸੇ ਨਾਲ ਪਿਆਰ ਕੀਤਾ ਜਾਂਦਾ। ਸਪੋਜ਼ ਇੱਥੇ ਆਪਾਂ ਸਾਰਾ ਦਿਨ ਕਿਸੇ ਤੋਂ ਕੰਮ ਲਈ ਜਾਈਏ, ਬਾਈ ਚਾਂਸ ਉਹ ਬੰਦੇ ਦਾ ਕਿਤੇ ਅੰਗ ਕੋਈ ਖੜ ਜੇ ਤਾਂ ਆਪਾਂ ਉਹਨੂੰ ਦਰਕਿਨਾਰ ਕਰ ਦਿੰਦੇ ਹਾਂ ਵੀ ਆਪਣੇ ਕੰਮ ਦਾ ਨਹੀਂ, ਉਹ ਪ੍ਰੀਤ ਮੁੱਕ ਜਾਂਦੀ ਹੈ ਬੰਦੇ ਨਾਲ। ਬਾਣੀ 'ਚ ਕਹਿੰਦੇ ਮਨ ਮੁਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ, ਸਾਰਾ ਮਾਇਆ ਦਾ ਹੀ ਸੰਬੰਧ ਹੈ। ਮਨਮੁਖਾਂ ਦੀ ਜਿਹੜੀ ਦੋਸਤੀ ਉਹ ਸਿਰਫ ਮਾਇਆ ਕਰਕੇ ਆ। ਤੀਜਾ ਹੈ ਗੁਣ ਨਾਲ ਪ੍ਰੀਤ, ਇਹ ਗੁਣਾਂ ਕਰਕੇ ਹੁੰਦੀ ਆ। ਗੁਣ ਜਦੋਂ ਖਤਮ ਹੋ ਜੇ ਤੇ ਪ੍ਰੀਤ ਵੀ ਮੁੱਕ ਜਾਂਦੀ ਹੈ। ਸੰਗੀਤ ਦੇ ਵਿਦਿਆਰਥੀ ਬੈਠੇ ਨੇ, ਸੰਗੀਤ ਦਾ ਜਿਹੜਾ ਤੁਹਾਡੇ ਕੋਲ ਗੁਣ ਹੈ ਉਸ ਕਰਕੇ ਸਾਰੇ ਪਿਆਰ ਕਰਦੇ ਆ। ਖੁਦਾ ਨਾ ਖਾਸਤਾ ਉਹ ਸੰਗੀਤ ਦਾ ਗੁਣ ਕਿਸੇ ਕਾਰਨ ਸਾਡੇ ਕੋਲੋਂ ਜਾਂਦਾ ਰਹੇ ਤੇ ਸਾਡਾ ਪਿਆਰ ਵੀ ਮੁੱਕ ਜਾਊਗਾ। ਲਾਸਟ ਹੈ ਜਾਤੀ ਪ੍ਰੀਤ। ਇਹ ਪ੍ਰੀਤ ਐਸੀ ਹੈ ਜਿਸ ਪ੍ਰੀਤ ਦੇ ਵਿੱਚ ਪ੍ਰੀਤ ਕਰਨ ਵਾਲੇ ਵਿਅਕਤੀ ਨੂੰ ਆਪਣੇ ਆਪ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਮੇਰਾ ਪਿਆਰ ਕਿਉਂ ਪੈ ਰਿਹਾ ਹੈ, ਕਿਸ ਨਾਲ ਪੈ ਰਿਹਾ ਹੈ। ਉਹ ਆਪਣੀ ਲਾਭ ਹਾਨੀ ਨਹੀਂ ਦੇਖਦਾ। ਇਹੋ ਜਿਹਾ ਪਿਆਰ ਹੈ ਜਿਹੜਾ ਉਹ ਸਭ ਤੋਂ ਉੱਚਾ ਪਿਆਰ ਹੈ, ਉੱਚਤਮ ਪਿਆਰ ਹੈ ਇਹ, ਜਿਹਦਾ ਸੰਬੰਧ ਸ਼ਖਸੀਅਤ ਨਾਲ ਹੈ, ਪਰਸਨੈਲਿਟੀ ਨਾਲ ਹੈ। ਇਹ ਪਿਆਰ ਖਤਮ ਨਹੀਂ ਹੁੰਦਾ। ਬਾਕੀ ਤਿੰਨੇ ਪਿਆਰ ਸਵਾਰਥ ਦੇ ਨੇ, ਇਹ ਪਿਆਰ ਹੈ ਜਿਹੜਾ ਇਹ ਨਿਰਸਵਾਰਥ ਹੋ ਕੇ ਆ। ਇਸੇ ਨੂੰ ਵਿਦਵਾਨਾਂ ਨੇ ਹੋਰ ਇੱਕ ਤਰੀਕੇ ਨਾਲ ਪੇਸ਼ ਕੀਤਾ। ਉਹ 4 ਕਿਸਮਾਂ ਨੂੰ ਅਗੇਪ, ਫਿਲੀਓ, ਸਟੋਰੇਜ, ਇਰੋਸ ਦਾ ਨਾਂ ਦਿੱਤਾ। ਲਗਭਗ ਇਹਨਾਂ ਅਰਥਾਂ ਦੇ ਵਿੱਚ ਹੀ ਆਇਆ, ਮੈਂ ਰਿਪੀਟ ਨਹੀਂ ਕਰਦਾ। ਇਹਨਾਂ ਦੀ ਜੇ ਆਪਾਂ ਟੋਟਲ ਐਨਾਲਿਸਿਸ ਕਰੀਏ 4 ਕਿਸਮਾਂ ਦਾ ਤਾਂ ਅਸੀਂ ਇਹਨਾਂ ਨੂੰ ਅੱਗੇ ਫਰਦਰ 2 ਪਾਰਟਸ ਵਿੱਚ ਡਿਵਾਈਡ ਕਰ ਸਕਦੇ ਹਾਂ, ਇਸ਼ਕ ਮਜ਼ਾਜੀ ਅਤੇ ਇਸ਼ਕ ਹਕੀਕੀ। ਤੁਸੀਂ ਬਹੁਤ ਇਹਨਾਂ ਵਿਸ਼ਿਆਂ ਬਾਰੇ, ਇਸ਼ਕ ਮਜ਼ਾਜੀ ਬਾਰੇ ਕਿੱਸਾਕਾਰਾਂ ਨੇ ਬਹੁਤ ਕੁਝ ਬਿਆਨ ਕੀਤਾ। ਆਪਾਂ ਅਕਸਰ ਇਹਨਾਂ ਬਾਰੇ ਕੋਈ ਨਾ ਕੋਈ ਡੇ ਟੂ ਡੇ ਲਾਈਫ ਦੇ ਵਿੱਚ ਗੱਲਾਂ ਕਰਦੇ ਸੁਣਦੇ ਰਹਿੰਦੇ ਹਾਂ। ਇਸ਼ਕ ਮਜ਼ਾਜੀ ਹੈ ਜਿਹੜਾ ਬਨਾਵਟੀ ਪਿਆਰ ਹੈ, ਉਹ ਕਿਸੇ ਸਵਾਰਥ ਅਧੀਨ, ਕਿਸੇ ਕਰਮ ਅਧੀਨ, ਕਿਸੇ ਕਾਰਨ ਅਧੀਨ ਹੋ ਰਿਹਾ ਹੈ। ਕਈ ਵਾਰੀ ਵਿਦਵਾਨ ਲੋਕ ਕਹਿ ਜਾਂਦੇ ਹਨ ਕਿ ਇਸ਼ਕ ਮਜ਼ਾਜੀ ਤੋਂ ਇਸ਼ਕ ਹਕੀਕੀ ਪੈਂਦਾ। ਇਹ ਗੱਲ ਗਲਤ ਹੈ। ਜੇ ਮੇਰੇ ਵਰਗੇ ਨੇ ਇਸ਼ਕ ਮਜ਼ਾਜੀ ਦਾ ਐਕਸਪੀਰੀਅੰਸ ਨਹੀਂ ਕੀਤਾ, ਇਟ ਡਜ਼ਨਟ ਮੀਨ ਕਿ ਹਕੀਕੀ ਮੈਨੂੰ ਹੋ ਨਹੀਂ ਸਕਦਾ। ਇਟ ਡਜ਼ਨਟ ਮੀਨ। ਇਸ ਲਈ ਜਿਹੜਾ ਇਸ਼ਕ ਮਜ਼ਾਜੀ ਹੈ ਉਹ ਸਰੀਰਕ ਸੁੰਦਰਤਾ ਨੂੰ ਦੇਖ ਕੇ ਹੁੰਦਾ ਬਹੁਤੀ ਵਾਰ, ਜਾਂ ਕਿਸੇ ਦੇ ਗੁਣਾਂ ਨੂੰ ਦੇਖ ਕੇ ਹੁੰਦਾ। ਪਰੰਤੂ ਜਿਹੜਾ ਇਸ਼ਕ ਹਕੀਕੀ ਹੈ ਉਹ ਤਾਂ ਹੈ ਹੀ ਫਾਰਮਲੈਸ, ਕੋਈ ਸ਼ੇਪ ਹੀ ਨਹੀਂ। ਚੱਕਰ ਚਿਹਨ ਅਰ ਬਰਨ ਜਾਤ ਅਰ ਬਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਕੁਛ ਵੀ ਨਹੀਂ ਹੈ। ਇਸ ਲਿਹਾਜ਼ ਨਾਲ ਇਸ਼ਕ ਮਜ਼ਾਜੀ ਹੈ ਜਿਹੜਾ
ਉਹ ਸਾਡੇ ਬੱਚਿਆਂ ਨਾਲ ਹੋ ਸਕਦਾ, ਹਸਬੈਂਡ ਵਾਈਫ ਦਾ ਹੋ ਸਕਦਾ, ਪਦਾਰਥਾਂ ਨਾਲ ਹੋ ਸਕਦਾ, ਜਾਂ ਇੱਕ ਲੜਕਾ ਲੜਕੀ ਦਾ ਜਿਹੜਾ ਅਕਸਰ ਅੱਜ ਕੱਲ੍ਹ ਵਰਤਾਰਾ ਉਹ ਹੋ ਸਕਦਾ। ਇਹ ਸਾਰੇ ਸਰੀਰਕ ਪ੍ਰੇਮ ਨੇ। ਇਹ ਸਰੀਰਕ ਪ੍ਰੇਮ ਹੈ ਜਿਹੜਾ ਉਹ ਬੰਦੇ ਨੂੰ ਗੁੰਮਰਾਹ ਕਰਦਾ, ਆਪਣੇ ਰਸਤੇ ਤੋਂ ਭਟਕਦਾ ਇਨਸਾਨ। ਮਾਤਾ ਪਿਤਾ ਦਾ ਜਿਹੜਾ ਆਪਣੇ ਔਲਾਦ ਪ੍ਰਤੀ ਪਿਆਰ ਹੈ ਉਹ ਇੱਕ ਝਲਕਾਰੇ ਮਾਤਰ ਹੈ, ਉਹ ਵੀ ਪ੍ਰੇਮ ਦੀ ਸਿਖਰ ਨਹੀਂ। ਭਾਵੇਂ ਪਿਓਰ ਹੈ ਪਿਆਰ, ਪਰ ਉਹਦੇ ਵਿੱਚ ਵੀ ਉਹ ਸਿਖਰ ਨਹੀਂ ਹੈ ਜਿਸ ਬਾਰੇ ਸਾਨੂੰ ਬਾਣੀ ਦੱਸ ਰਹੀ ਹੈ। ਮੀਰਦਾਦ ਹੋਇਆ, ਜੇ ਤੁਸੀਂ ਕਿਤੇ ਨਾਂ ਸੁਣਿਆ ਹੋਇਆ, ਪੋਥੀ ਮੀਰਦਾਦ ਕੀ ਬੜੀ ਫੇਮਸ ਕਿਤਾਬ ਹੈ, ਰੂਹਾਨੀ ਕਿਤਾਬ ਹੈ, ਰੂਹਾਨੀ ਉਹਦੇ ਚਰਚੇ ਨੇ। ਉਹ ਕਹਿੰਦਾ ਜਦੋਂ ਤੱਕ ਕੁੱਲ ਕਾਇਨਾਤ ਇੱਕ ਦੂਜੇ ਦੇ ਪ੍ਰੇਮੀ ਨਹੀਂ ਬਣ ਜਾਂਦੀ, ਉਦੋਂ ਤੱਕ ਉਹਨਾਂ ਨੂੰ ਪਿਆਰ ਦਾ ਪਵਿੱਤਰ ਸ਼ਬਦ ਮੂੰਹੋਂ ਉਚਾਰਨ ਦਾ ਕੋਈ ਹੱਕ ਨਹੀਂ, ਕਿਉਂਕਿ ਅਜਿਹਾ ਕਰਨਾ ਪਰਮਾਤਮਾ ਦੀ ਬੇਅਦਬੀ ਹੈ। ਕਿਤੇ ਮੌਕਾ ਮਿਲੇ ਪੋਥੀ ਮੀਰਦਾਦ ਪੜ੍ਹਨਾ ਯਤਨ ਕਰਨਾ। ਬੜੀਆਂ ਸੁੰਦਰ ਗੱਲਾਂ ਪ੍ਰੇਮ ਬਾਰੇ ਦੱਸੀਆਂ ਉਹਨਾਂ ਨੇ, ਰੂਹਾਨੀਅਤ ਬਾਰੇ ਦੱਸੀਆਂ। ਇਸ਼ਕ ਮਜ਼ਾਜੀ ਦੀ ਜਿਹੜੀ ਗੱਲ ਹੈ, ਜੇ ਆਪਾਂ ਪੱਛਮੀ ਵਿਦਵਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਪਲੈਟੋ ਨੇ ਇਹਦੇ ਬਾਰੇ ਬਹੁਤ ਗੱਲਾਂ ਕੀਤੀਆਂ। ਪਲੈਟੋ ਕਹਿੰਦਾ ਜਿਹੜਾ ਇਸ਼ਕ ਮਜ਼ਾਜੀ ਹੈ ਜਾਂ ਸਰੀਰਕ ਪਿਆਰ ਹੈ, ਇਹ ਬਹੁਤ ਘਟੀਆ ਕਿਸਮ ਦਾ ਪਿਆਰ ਹੈ, ਚਿਰ ਸਥਾਈ ਨਹੀਂ ਹੈ। ਜਦੋਂ ਕਿ ਆਤਮਕ ਪਿਆਰ ਹੈ, ਜਿਹੜਾ ਰੂਹਾਨੀ ਪ੍ਰੇਮ ਦੀ ਗੱਲ ਕਰ ਰਹੇ ਹਾਂ ਆਪਾਂ, ਉਹ ਸੁੱਚਾ ਤੇ ਸ੍ਰੇਸ਼ਟ ਹੈ। ਪਲੈਟੋ ਨੇ ਆਪਣੇ ਡਾਇਲੌਗਸ ਕੀਤੇ ਸੀਗੇ ਇਸ ਵਿਸ਼ੇ 'ਤੇ, ਤਾਂ ਉਹਨਾਂ ਡਾਇਲੌਗਸ ਨੂੰ ਬਾਅਦ ਦੇ ਵਿੱਚ ਐਡਿਟ ਕਰਕੇ ਉਹਨਾਂ ਦਾ ਇੱਕ ਸੰਗ੍ਰਹਿ ਵਿਦਵਾਨਾਂ ਨੇ ਕੀਤਾ, ਉਹਨੂੰ ਸਿੰਪੋਜ਼ੀਅਮ ਕਹਿੰਦੇ ਆ। ਸਿੰਪੋਜ਼ੀਅਮ ਦੇ ਵਿੱਚ ਦੋ ਪ੍ਰਕਾਰ ਦਾ ਪਲੈਟੋ ਨੇ ਪਿਆਰ ਦੱਸਿਆ, ਪਵਿੱਤਰ ਤੇ ਅਪਵਿੱਤਰ, ਜਿਹਨੂੰ ਰੁਡੋਲਫ ਆਟੋ ਨੇ ਸੈਕਰੇਡ ਐਂਡ ਪ੍ਰੋਫੇਨ ਕਿਹਾ ਹੈ। ਸੈਕਰੇਡ ਐਂਡ ਪ੍ਰੋਫੇਨ, ਸੈਕਰੇਡ ਪਵਿੱਤਰ, ਪ੍ਰੋਫੇਨ ਦੁਨਿਆਵੀ। ਪਵਿੱਤਰ ਪਿਆਰ ਹੈ ਜਿਹੜਾ ਉਹ ਆਤਮਾ ਦਾ ਪਿਆਰ ਹੈ। ਅਪਵਿੱਤਰ ਪਿਆਰ ਹੈ ਕਹਿੰਦਾ ਉਹ ਸਰੀਰਕ ਪਿਆਰ ਹੈ। ਜਿਹੜਾ ਸਰੀਰਕ ਪਿਆਰ ਹੈ ਉਹ ਕੇਵਲ ਕ੍ਰੀਏਸ਼ਨ ਦਾ ਮੋਡ ਹੈ, ਉਹ ਤੋਂ ਕੇਵਲ ਉਤਪਤੀ ਹੋ ਰਹੀ ਹੈ। ਉਹ ਉੱਚਤਮ ਪਿਆਰ ਦੇ ਵਿੱਚ ਜਿਹੜਾ ਜਾਣਾ ਉਹਦੇ ਨਾਲ ਉਹਦਾ ਕੋਈ ਕੰਸਰਨ ਨਹੀਂ। ਇਸੇ ਤਰ੍ਹਾਂ ਡਾਇਟਮਾ ਹੋਇਆ ਇੱਕ ਪੱਛਮੀ ਵਿਦਵਾਨ, ਉਹਨੇ ਇਸ ਵਿਚਾਰ ਨੂੰ ਹੋਰ ਅੱਗੇ ਤੋਰਿਆ। ਉਹ ਕਹਿੰਦਾ ਕਿ ਪ੍ਰੇਮੀ ਹੈ ਜਿਹੜਾ ਉਹ ਸਰੀਰਕ ਪਿਆਰ ਦੀ ਅਵਸਥਾ ਨੂੰ ਪਾਰ ਕਰਨ ਉਪਰੰਤ ਜਦੋਂ ਆਤਮਿਕ ਪਿਆਰ ਮਾਨਣ ਲੱਗਦਾ ਤਾਂ ਉਸ ਨੂੰ ਆਤਮਾ ਅਤੇ ਪਰਮਾਤਮਾ ਦੇ ਸੰਬੰਧ ਦਾ ਗਿਆਨ ਹੁੰਦਾ। ਉਹ ਪਿਆਰ ਦੀ ਪੌੜੀ ਗਿਣਦਾ, ਇੱਕ ਪਿਆਰ ਨੂੰ ਇੱਕ ਪੌੜੀ ਦੇ ਰੂਪ ਵਿੱਚ ਡਾਇਟਮਾ ਜਿਹੜਾ ਉਹ ਪ੍ਰਸਤੁਤ ਕਰਦਾ, ਜਿਹਦਾ ਕਹਿੰਦਾ 6 ਡੰਡੇ ਨੇ। ਉਸ ਪੌੜੀ ਦੇ ਡਾਇਟਮਾ ਕਹਿ ਰਿਹਾ 6 ਡੰਡੇ ਨੇ। ਉਹ 6 ਕਿਸਮ ਦਾ ਕਹਿ ਲਓ ਪਿਆਰ ਦੱਸ ਰਿਹਾ। ਉਹ ਕਹਿੰਦਾ ਪਹਿਲਾ ਜਿਹੜਾ ਪਿਆਰ ਹੈ, ਪਹਿਲਾ ਜਿਹੜਾ ਡੰਡਾ ਹੈ, ਉਹ ਹੈ ਕਿਸੇ ਵਿਸ਼ੇਸ਼ ਸਰੀਰ ਨਾਲ ਪਿਆਰ। ਬੰਦੇ ਦੀ ਇੱਛਾ ਹੋਈ ਕਿਸੇ ਦੇ ਸਰੂਪ ਤੋਂ, ਕਿਸੇ ਦੇ ਗੁਣ ਤੋਂ ਪ੍ਰਭਾਵਿਤ ਹੋ ਕੇ ਬੰਦਾ ਪਿਆਰ ਦੇ ਵਿੱਚ ਪੈ ਜਾਂਦਾ। ਆਕਰਸ਼ਣ ਇਹਦੇ ਵਿੱਚ ਪ੍ਰਮੁੱਖ ਹੁੰਦਾ। ਸਿਰਫ ਆਕਰਸ਼ਣ ਹੋਣ ਕਰਕੇ ਬੰਦਾ ਕਿਸੇ ਦੇ ਪ੍ਰਤੀ ਜਿਹੜਾ ਉਹ ਪ੍ਰੇਮ ਕਿਸੇ ਨਾਲ ਕਰ ਬੈਠਦਾ। ਦੂਜਾ ਡੰਡਾ ਜਿਹੜਾ ਉਹ ਕਹਿੰਦਾ ਇੱਕ ਵਿਸ਼ੇਸ਼ ਸਰੀਰ ਨੂੰ ਛੱਡ ਕੇ ਸਾਰੇ ਮਨੁੱਖਾਂ ਨਾਲ ਪਿਆਰ ਕਰਨਾ। ਇਹ ਵੱਖ-ਵੱਖ ਸੁੰਦਰਤਾ ਦੇਖ ਕੇ ਵੱਖ-ਵੱਖ ਮਨੁੱਖਾਂ ਦੇ ਵਿੱਚ ਰੱਬੀ ਜਿਹੜੀ ਕਿਰਤ ਹੈ, ਉਹ ਮਤਲਬ ਉਹਦੀ ਜਿਹੜੀ ਕ੍ਰੀਏਸ਼ਨ ਹੈ ਰੱਬ ਦੀ, ਉਹ ਭਾਸਦਾ, ਉਹ ਦੇਖਦਾ ਵੀ ਦੇਖੋ ਕਿੰਨੇ ਮਤਲਬ ਰੰਗੀ ਰੰਗੀ ਭਾਤੀ ਕਰਕੇ ਦਿਨਸੀ ਮਾਇਆ ਜਨੇ ਉਪਾਈ। ਉਹ ਜਿਹੜੀ ਵੰਨ ਸੁਵੰਨਤਾ ਉਹਨੂੰ ਫੀਲ ਕਰਦਾ ਬੰਦਾ, ਉਹ ਵਿਭਿੰਨਤਾਵਾਂ ਨੂੰ ਪਿਆਰ ਕਰਨ ਲੱਗਦਾ। ਤੀਸਰਾ ਡੰਡਾ ਕਹਿੰਦਾ ਆਤਮਾਵਾਂ ਨਾਲ ਪਿਆਰ, ਸਪਿਰਿਚੁਅਲ ਲਵ, ਰੂਹਾਨੀ ਪਿਆਰ। ਇਸ ਅਵਸਥਾ 'ਚ ਆ ਕੇ ਜਿਹੜਾ ਮਨੁੱਖ ਹੈ ਉਹ ਨੈਤਿਕਤਾ ਅਤੇ ਅਧਿਆਤਮਿਕਤਾ ਨੂੰ ਤਰਜੀਹ ਦਿੰਦਾ। ਨੈਤਿਕਤਾ ਜਿਹੜੀ ਅੱਜ ਜੀਵਨ 'ਚੋਂ ਮਨਫੀ ਹੈ ਸਾਡੇ,
ਐਥਿਕਸ, ਸਪਿਰਿਚੁਅਲਿਟੀ। ਸਵੇਰੇ ਆਉਂਦੇ ਹੋਏ ਡਿਸਕਸ ਕਰ ਰਹੇ ਸੀ ਪ੍ਰੋਫੈਸਰ ਸਾਹਿਬ ਮੇਰੇ ਨਾਲ, ਕਹਿੰਦੇ ਸਰ ਮੈਂ ਜਦੋਂ ਦਾ ਪੜ੍ਹ ਰਿਹਾ, ਜਦੋਂ ਤੁਸੀਂ ਦੱਸਿਆ ਆਪਾਂ ਲਵ ਬਾਰੇ ਬੋਲਣਾ ਜਾ ਕੇ, ਸਪਿਰਿਚੁਅਲ ਲਵ ਬਾਰੇ, ਵੀ ਮੈਨੂੰ ਫੀਲ ਐਂ ਹੋ ਰਿਹਾ ਵੀ ਇਹ ਚੀਜ਼ ਆਪਾਂ ਸਿਰਫ ਪੜ੍ਹਨ ਮਾਤਰ ਰਹਿ ਗਈ, ਰਹੀ ਤਾਂ ਹੈ ਨਹੀਂ, ਪਿਆਰ ਕਿਤੇ ਐਗਜ਼ਿਸਟ ਹੀ ਨਹੀਂ ਕਰ ਰਿਹਾ। ਕਹਿੰਦੇ ਮੈਨੂੰ ਐਂ ਫੀਲ ਹੋ ਰਿਹਾ। ਮੈਂ ਕਿਹਾ ਚਲੋ ਐਂ ਨਾ ਕਹੋ ਵੀ ਐਗਜ਼ਿਸਟ ਨਹੀਂ ਕਰ ਰਿਹਾ, ਐਗਜ਼ਿਸਟ ਤਾਂ ਕਰਦਾ, ਪਰ ਹੈਨ ਵਿਰਲੇ ਨਾ ਹੀ ਘਣੇ। ਬੀਜ ਨਾਸ ਨਹੀਂ ਹੁੰਦਾ ਕਿਸੇ ਚੀਜ਼ ਦਾ, ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਉਸ ਲਿਹਾਜ਼ ਨਾਲ ਚੌਥਾ ਡੰਡਾ ਜਿਹੜਾ ਉਹ ਕਹਿੰਦੇ ਜਿੰਨਾ ਪ੍ਰਬੰਧ ਹੈ, ਨੇਮ ਹੈ ਕੁਦਰਤ ਦਾ, ਜਿਸ ਨੇਮ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਉਸ ਨਾਲ ਪਿਆਰ ਕਰਦਾ ਬੰਦਾ। ਇਸ ਅਵਸਥਾ 'ਚ ਆ ਕੇ ਜਿਹੜੀਆਂ ਖੂਬਸੂਰਤ ਆਤਮਾਵਾਂ ਨੇ, ਉਹ ਜਿਹੜਾ ਪਰਮਾਤਮਾ ਦਾ ਇਹ ਕੁਦਰਤ ਦਾ ਨੇਮ ਹੈ, ਜਿਹਨੂੰ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਬਿਆਨ ਕਰਦੇ ਆ ਕਿ ਇਸ ਭਉ ਦੇ ਅਧੀਨ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਉਹਨੂੰ ਪਿਆਰ ਕਰਦਾ। ਪੰਜਵਾਂ ਡੰਡਾ ਕਹਿੰਦਾ ਗਿਆਨ ਨਾਲ ਪਿਆਰ। ਆਪਣੇ ਬੰਦੇ ਨੂੰ ਇਸ ਅਵਸਥਾ ਵਿੱਚ ਆ ਕੇ ਉਹਨੂੰ ਗਿਆਨ ਪ੍ਰਾਪਤ ਹੁੰਦਾ ਕਿ ਇਹ ਸਾਰਾ ਕੁਝ ਬਿਨਸਨਹਾਰ ਹੈ, ਸਦੀਵੀ ਇੱਕ ਪਰਮਾਤਮਾ ਹੈ, ਇਟਰਨਲ ਹੈ ਸਾਰਾ ਜਿਹੜਾ, ਉਹ ਰੱਬ ਹੀ ਹੈ। ਇਹ ਫੀਲ ਕਰਕੇ ਉਹ ਲਾਸਟ ਸਿਖਰ ਦੇ ਡੰਡੇ ਤੇ ਚੜ੍ਹਦਾ, ਪੌੜੀ ਦੇ, ਜਿੱਥੇ ਪਿਆਰ ਸਿਰਫ ਪਿਆਰ ਲਈ ਹੈ। ਡਾਇਟਮਾ ਕਹਿ ਰਿਹਾ ਮਨੁੱਖ ਸੁੰਦਰਤਾ ਨੂੰ ਉਸਦੇ ਅਸਲ ਰੂਪ ਵਿੱਚ ਦੇਖਦਾ, ਉਸ ਨੂੰ ਪਿਆਰ ਕਰਦਾ। ਇਸ ਅਵਸਥਾ ਵਿੱਚ ਮਨੁੱਖ ਨੂੰ ਹਰ ਚੀਜ਼ ਖੂਬਸੂਰਤ ਦਿਖਦੀ ਹੈ, ਕਿਉਂਕਿ ਉਸ ਦਾ ਸੰਬੰਧ ਕਿਸੇ ਵਿਸ਼ੇਸ਼ ਚੀਜ਼ ਨਾਲ ਨਹੀਂ ਹੁੰਦਾ, ਕਿਸੇ ਇੱਕ ਚੀਜ਼ ਨਾਲ ਨਹੀਂ, ਵਿਸ਼ੇਸ਼ ਨਾਲ ਨਹੀਂ ਨਾ, ਸਾਰੇ ਜਹ ਜਹ ਪੇਖੂ ਤਹ ਹਜੂਰ, ਇਹ ਅਵਸਥਾ ਬਣ ਜਾਂਦੀ ਹੈ। ਪਿਆਰ ਦੀ ਜਿਹੜੀ ਅੰਤਮ ਪੌੜੀ ਹੈ, ਉਹ ਕਹਿੰਦਾ ਡਾਇਟਮਾ ਕਹਿ ਰਿਹਾ, ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ ਮਾਣਿਆ ਜਾ ਸਕਦਾ। ਇਹ ਗੱਲ ਆਪਾਂ ਅੱਗੇ ਜਾ ਕੇ ਹੋਰ ਖੋਲਾਂਗੇ। ਇਸੇ ਤਰ੍ਹਾਂ ਪੱਛਮੀ ਵਿਦਵਾਨਾਂ ਤੋਂ ਇਲਾਵਾ ਜੇ ਆਪਾਂ ਆਪਣੇ ਕਿੱਸਾਕਾਰਾਂ ਦੀ ਗੱਲ ਕਰੀਏ, ਜਿਹੜੇ ਸਾਡੇ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਆ, ਉਹਨਾਂ ਕਵੀਆਂ ਨੇ ਵੀ ਪਿਆਰ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ। ਬੇਸ਼ੱਕ ਉਹ ਕਿੱਸੇ ਸੱਸੀ ਪੁੰਨੂ ਆ, ਹੀਰ ਵਾਰਿਸ ਹੈ, ਮਿਰਜ਼ਾ ਸਾਹਿਬ ਹੈ, ਸੋਹਣੀ ਮਹੀਵਾਲ ਹੈ, ਕਿਹੜੇ ਹੋਰ ਅਨੇਕ ਕਿੱਸੇ ਹੋਣਗੇ। ਇਹ ਸਾਰੇ ਕਿੱਸਿਆਂ ਦੇ ਵਿੱਚ ਜਿਹੜਾ ਪਿਆਰ ਪ੍ਰਸਤੁਤ ਹੋ ਰਿਹਾ, ਉਹ ਆਪਾਂ ਅਨਭੋਲ ਰਹਿ ਬੈਠਦੇ ਹਾਂ ਵੀ ਇਹ ਵਾਕਈ ਕੋਈ ਪਾਤਰ ਨੇ, ਹਿਸਟਰੀ ਦੇ ਵਿੱਚ ਕੋਈ ਪਾਤਰ ਹੋਏ ਨੇ, ਸੋਹਣੀ ਮਹੀਵਾਲ, ਹੀਰ ਰਾਂਝਾ। ਮੇਰਾ ਸਬਜੈਕਟ ਨਹੀਂ ਹਿਸਟਰੀ ਦਾ, ਪਰ ਇੱਕ ਜਸਟ ਇਸ਼ਾਰੇ ਮਾਤਰ ਹੈ। ਇਹ ਕਵੀ ਦੀ ਆਪਣੀ ਕਾਵਿ ਉਡਾਰੀ ਹੈ, ਮੈਂ ਇਹ ਸਮਝਦਾ। ਹਿਸਟਰੀ ਦੇ ਵਿੱਚ ਕੋਈ ਇਹੋ ਜਿਹੇ ਪਾਤਰ ਨਹੀਂ ਹੋਏ, ਮੈਂ ਦਾਅਵਾ ਨਹੀਂ ਕਰਦਾ, ਪਰ ਮੇਰੀ ਆਪਣੀ ਸਮਝ ਹੈ। ਇਹ ਆਵੇਂ ਆਪਣੇ ਨੌਜਵਾਨ ਮਤਲਬ ਇਹਨਾਂ ਤੋਂ ਪ੍ਰੇਰਨਾ ਲੈ ਕੇ ਅਤੇ ਉਹਨਾਂ ਵਾਲੀਆਂ ਕਰਤੂਤਾਂ ਕਰਨ ਲੱਗ ਜਾਂਦੇ ਆ, ਪਰ ਨਹੀਂ, ਇਹ ਹਿਸਟਰੀ ਦੇ ਪਾਤਰ ਨਹੀਂ ਹੋਏ, ਇਹ ਕਵੀਆਂ ਦੀਆਂ ਉਡਾਰੀਆਂ। ਕਿਉਂ? ਕਵੀ ਲਿਖ ਰਹੇ ਨੇ, ਕਿੱਸਾਕਾਰ ਲਿਖ ਰਹੇ ਨੇ। ਕਹਿੰਦੇ ਜਦੋਂ ਵਾਰਿਸ਼ਾ ਹੀਰ ਵਾਰਿਸ ਲਿਖਦਾ ਤਾਂ ਉਹ ਆਰੰਭ ਕਰਦਾ ਖੁਦਾਏ ਦੇ ਉਹਨੇ ਆਪਣਾ ਹੀਰ ਵਾਰਿਸ ਇੱਥੋਂ ਸ਼ੁਰੂ ਕੀਤੀ ਹੈ, ਖੁਦਾਏ ਦੇ ਸਿਮਰਨ ਨਾਲ। ਉਹ ਕਹਿੰਦਾ ਖੁਦਾਏ ਦੇ ਸਿਮਰਨ ਨਾਲ ਜਗਤ ਦਾ ਆਰੰਭ ਹੋਇਆ, ਤਾਂ ਜਗਤ ਦਾ ਜਿਹੜਾ ਧੁਰ ਹੈ ਉਹ ਪ੍ਰੇਮ ਹੈ। ਉਹ ਵਾਰਿਸ ਦੇ ਵਿੱਚ, ਹੀਰ ਵਾਰਿਸ ਦੇ ਵਿੱਚ ਸਾਰਾ ਕਿੱਸਾ ਬਿਆਨ ਕਰਕੇ ਉਹ ਆਪਣੇ ਜਿਹੜੇ ਮਨੋਭਾਵ ਨੇ ਐਂਡ ਦੇ ਵਿੱਚ ਜਾਂ ਸਟਾਰਟਿੰਗ ਦੇ ਵਿੱਚ ਉਹ ਪ੍ਰਭੂ ਪ੍ਰੇਮ ਨਾਲ ਜੋੜਦਾ। ਇਸੇ ਤਰ੍ਹਾਂ ਬਾਕੀ ਕਿੱਸੇ ਵੀ ਨੇ। ਪ੍ਰੋਫੈਸਰ ਪੂਰਨ ਸਿੰਘ ਨੇ ਸੋਹਣੀ ਮਹੀਵਾਲ ਦਾ ਜਿਹੜਾ ਕਿੱਸਾ ਲਿਖਿਆ, ਬਾ ਕਮਾਲ, ਉਹ 'ਚ ਕਲਗੀਆਂ ਵਾਲੇ ਸਰਦਾਰ ਦਾ ਪਿਆਰ ਝਲਕਦਾ, ਕਲਗੀਆਂ ਵਾਲੇ ਪਾਤਸ਼ਾਹ ਦਾ। ਕਲਗੀਆਂ ਵਾਲੇ ਸਰਦਾਰ ਕਹਿ ਰਿਹਾ ਪੂਰਨ ਸਿੰਘ ਨੂੰ, ਉਹਨਾਂ ਦਾ ਪਿਆਰ ਝਲਕਿਆ ਪੂਰਨ ਸਿੰਘ ਨੂੰ। ਸੋ ਇਹ ਜਿਹੜੇ ਮੈਂ ਵਿੱਚੋਂ ਸਕਿਪ ਕਰ ਰਿਹਾ ਸਾਰੀਆਂ ਚੀਜ਼ਾਂ। ਇਸ਼ਕ ਮਜ਼ਾਜੀ ਅਤੇ ਇਸ਼ਕ ਹਕੀਕੀ ਦੀ ਇੱਕ ਮਿਸਾਲ ਕਾਲੀਦਾਸ ਦੀ ਰਚਨਾ ਵਿੱਚੋਂ ਵੀ ਮਿਲਦੀ ਆ। ਕਾਲੀਦਾਸ ਸੀਗਾ, ਉਹਨੂੰ ਕੋਈ ਗੁਰਮੁਖ ਪਿਆਰਾ ਟੱਕਰ ਗਿਆ, ਉਹਦੀ ਸੰਗਤ ਵਿੱਚ ਆ ਕੇ ਕਹਿੰਦੇ ਉਹਨਾਂ ਨੇ ਅੰਮ੍ਰਿਤਪਾਨ ਕਰ ਲਿਆ, ਅੰਮ੍ਰਿਤ ਛਕ ਲਿਆ, ਅਤੇ ਮਾਨ ਸਿੰਘ ਨਾਂ ਰੱਖਿਆ ਗਿਆ ਉਹਨਾਂ ਦਾ। ਤਾਂ ਉਹ ਕਹਿੰਦੇ ਵੀ ਪਹਿਲਾਂ ਨਾ ਉਹਨਾਂ ਨੇ ਆਹ ਕਿੱਸੇ ਬਹੁਤ ਲਿਖੇ ਸੀਗੇ, ਉਹ ਜਦੋਂ ਅੰਮ੍ਰਿਤ ਛਕ ਲਿਆ ਚੇਂਜ ਹੋ ਗਈ ਲਾਈਫ, ਤਾਂ ਉਹਨਾਂ ਨੇ ਕੁਝ ਗੁਰਮਤਿ ਦੀਆਂ ਗੱਲਾਂ ਲਿਖੀਆਂ। ਗੁਰੂ ਕੀਆਂ 7 ਸਾਖੀਆਂ ਇੱਕ ਉਹਨਾਂ ਦੀ ਰਚਨਾ, ਹਕੀਕਤ ਰਾਏ ਰਚਨਾ। ਇੱਕ ਦਿਨ ਕਿਤੇ ਬੈਠੇ ਸੀ, ਉਦੋਂ ਹੀ ਵਲਵਲਾ ਆ ਗਿਆ ਕਿ ਜਿਹੜਾ
ਇਹ ਜਿਹੜੇ ਪਹਿਲਾਂ ਉਹਨੇ ਲਿਖੇ ਸੀਗੇ, ਪਹਿਲਾਂ ਚੱਲਦੇ ਆ ਰਹੇ ਸੀਗੇ ਹੀਰ ਰਾਂਝੇ ਦੇ ਕਿੱਸੇ, ਉਹ ਕਹਿੰਦਾ ਮੈਂ ਵੱਖਰੇ ਰੂਪ ਵਿੱਚ ਬਿਆਨ ਕਰਾਂ। ਤਾਂ ਉਹਨੇ ਇੱਕ ਰਚਨਾ ਰਚੀ ਜਿਹਦਾ ਨਾਮ ਰੱਖਿਆ ਉਹਨੇ ਹੀਰ ਰਾਂਝਾ, ਪਰ ਰਚੀ ਉਸ ਤੋਂ ਡਿਫਰੈਂਟ। ਜਦੋਂ ਪੂਰੀ ਹੋ ਗਈ ਅਤੇ ਜਿਸ ਗੁਰਮੁਖ ਪਿਆਰੇ ਦੀ ਸੰਗਤ ਸਦਕਾ ਉਹਨਾਂ ਦਾ ਜੀਵਨ ਟਰਾਂਸਫਾਰਮ ਹੋਇਆ, ਉਹ ਮਨ 'ਚ ਅਹਿਸਾਸ ਹੋਇਆ ਕਿ ਉਹਨਾਂ ਨੂੰ ਮੈਂ ਪੜ੍ਹਾਵਾਂ ਜਾ ਕੇ। ਅਤੇ ਜਦੋਂ ਜਾ ਕੇ ਪੇਸ਼ ਕੀਤੀ, ਉਹਨਾਂ ਨੇ ਸਿਰ ਲੇਖ ਦੇਖ ਕੇ ਹੀਰ ਰਾਂਝਾ ਉਹਨੂੰ ਮਨਫੀ ਕਰਤਾ, ਵੀ ਝਾੜਿਆ ਘੂਰਿਆ ਵੀ ਜੀਵਨ ਦੇ ਕਿਹੜੇ ਪੜਾਅ 'ਚ ਆ ਤੂੰ, ਵੀ ਇਹ ਜੀਵਨ ਦੇ ਪੜਾਅ 'ਚ ਆ ਕੇ ਇਹ ਚੀਜ਼ਾਂ ਲਿਖਣੀਆਂ। ਬੜਾ ਮਨ ਨੂੰ ਦੁੱਖ ਹੋਇਆ। ਤਾਂ ਉਹਨਾਂ ਨੇ ਜਾ ਕੇ ਚਲੇ ਗਏ ਉੱਥੋਂ, ਬੜਾ ਚਿੰਤਨ ਕੀਤਾ। ਚਿੰਤਨ ਕਰਨ ਤੋਂ ਬਾਅਦ ਉਹਦਾ ਨਾਮ ਰੱਖਤਾ, ਹੀਰ ਰੱਖਤਾ ਜੀਵ ਅਤੇ ਰਾਂਝੇ ਦਾ ਰੱਖਤਾ ਮੁਕਤ। ਜੀਵ ਮੁਕਤ, ਅੰਦਰ ਪਾਤਰ ਵੀ ਚੇਂਜ ਕਰਤੇ, ਉਹਦਾ ਜਿਹੜਾ ਥੀਮ ਸੀ ਉਹ ਵੀ ਚੇਂਜ ਕਰਤਾ। ਹੀਰ ਰਾਂਝਾ ਦੀ ਥਾਂ ਜੀਵ ਮੁਕਤ ਕਰਕੇ ਅਤੇ ਦੁਬਾਰੇ ਗਏ ਕੁਛ ਦਿਨਾਂ ਬਾਅਦ। ਜਦੋਂ ਉਹਨਾਂ ਕੋਲ ਗਏ ਤਾਂ ਉਹਨਾਂ ਨੇ ਬੜੀ ਖੁਸ਼ੀ ਪ੍ਰਵਾਨ ਕੀਤਾ ਵੀ ਜੀਵ ਮੁਕਤ। ਤਾਂ ਲੈ ਕੇ ਜਦੋਂ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਕਾਲੀਦਾਸ ਜੀ, ਤਾਥੋਂ ਬਾਅਦ ਕੋਈ ਦੂਜਾ ਪੰਜਾਬੀ ਕਵੀ ਇਸ਼ਕੇ ਮਜ਼ਾਜੀ ਨੂੰ ਇਸ਼ਕੇ ਹਕੀਕੀ ਵਿੱਚ ਇਉਂ ਤਬਦੀਲ ਨਹੀਂ ਕਰ ਸਕੇਗਾ। ਇਹ ਵੀ ਇੱਕ ਕ੍ਰੀਏਸ਼ਨ ਹੈ ਨਾ, ਸਿਰਜਣਾ ਹੈ, ਵੀ ਕਿਵੇਂ ਇਸ਼ਕ ਮਜ਼ਾਜੀ ਦੀ ਗੱਲ ਸੀ ਉਹਨੂੰ ਇਸ਼ਕ ਹਕੀਕੀ ਵਿੱਚ, ਜੀਵ ਮੁਕਤ ਵਿੱਚ, ਜਿਹਨੂੰ ਜੀਵਨ ਮੁਕਤ ਗੁਰਬਾਣੀ 'ਚ ਕਿਹਾ ਹੈ, ਉਹ 'ਚ ਟਰਾਂਸਫਾਰਮ ਕਰਤਾ। ਸੋ ਇੱਕ ਗੱਲ ਥੋੜ੍ਹੀ ਜਿਹੀ ਐਡ ਕਰਦਾ ਮੈਂ, ਪਿਆਰ ਕੋਈ ਕਾਮਕ ਚੇਸ਼ਟਾ ਨਹੀਂ ਹੈ। ਮਜ਼ਾਜੀ ਇਸ਼ਕ ਜਿਹੜਾ ਉਹ ਕਾਮ ਵਾਸ਼ਨਾ ਅਧੀਨ ਉਸ ਅਧੀਨ ਉਸ ਐਂਗਲ ਤੋਂ ਲਿਆ ਜਾਂਦਾ, ਪਰ ਪ੍ਰੇਮ ਹੈ ਜਿਹੜਾ ਇਹ ਕੋਈ ਕਾਮਕ ਖਿੱਚ ਨਹੀਂ ਹੈ। ਇਹਦੇ 'ਤੇ ਨਾਮ, ਕਿਉਂਕਿ ਪ੍ਰੇਮ ਹੈ ਜਿਹੜਾ ਕਾਮ ਹੈ ਉਹ ਨਾਮ ਵਿੱਚ ਤਬਦੀਲ ਹੋ ਜਾਂਦਾ। ਜਦੋਂ ਬੰਦਾ ਟਰਾਂਸਫਾਰਮ ਹੁੰਦਾ, ਕਾਮ ਨਾਮ ਵਿੱਚ ਤਬਦੀਲ ਹੋ ਕੇ ਬੰਦੇ ਦੀ ਜਿਹੜੀ ਪਿਓਰ ਜਿਹੜੀ ਸੈਲਫ ਹੈ ਉਹਨੂੰ ਘੜਦਾ। ਸੋ ਇਹ ਕੁਛ ਗੱਲਾਂ ਵਿਦਵਾਨਾਂ ਦੇ ਹਵਾਲੇ ਨਾਲ ਪਹਿਲੇ ਭਾਗ ਵਿੱਚ ਡਿਸਕਸ ਕੀਤੀਆਂ ਸੀ। ਦੂਸਰਾ ਜਿਹੜਾ ਭਾਗ ਹੈ ਪਰਚੇ ਦਾ, ਉਹ ਹੈ ਵਿਹਾਰਕ ਅਧਿਐਨ, ਪ੍ਰੇਮ ਦਾ ਵਿਹਾਰਕ ਅਧਿਐਨ। ਵਿਹਾਰਕ ਅਧਿਐਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰੇਮ ਹੈ ਜਿਹੜਾ, ਇਹਦਾ ਸੰਬੰਧ ਪਿਓਰਲੀ ਮਨੁੱਖ ਨਾਲ ਹੈ, ਮਨੁੱਖੀ ਵਿਹਾਰ ਨਾਲ ਹੈ। ਵਿਹਾਰ ਮੀਨਸ ਸਾਡੀ ਜਿਹੜੀ ਪ੍ਰੈਕਟਿਸ ਹੈ। ਬੇਸ਼ੱਕ ਵਿਸ਼ਵ ਧਰਮਾਂ ਨੇ ਪ੍ਰੇਮ ਨੂੰ ਆਪਣੇ ਆਪ ਢੰਗ ਨਾਲ ਪਰਿਭਾਸ਼ਿਤ ਕੀਤਾ, ਪਰੰਤੂ ਪਿਆਰ ਦਾ ਜਿਹੜਾ ਸਰੂਪ ਸਿੱਖ ਧਰਮ ਵਿੱਚ ਮਿਲਦਾ ਜਾਂ ਗੁਰਬਾਣੀ ਵਿੱਚੋਂ ਮਿਲਦਾ, ਉਹ ਨਿਰਾਲਾ ਅਤੇ ਅਦੁੱਤੀ ਹੈ। ਉਹਦੇ ਵਰਗਾ ਹੋਰ ਸਰੂਪ ਨਹੀਂ ਹੈ। ਬੇਸ਼ੱਕ ਮੈਂ ਥੋੜ੍ਹਾ ਜਿਹਾ ਗੱਲ ਕਰ ਜਾਂ, ਬਾਈਬਲ ਦੇ ਵਿੱਚ ਜੀਸਸ ਕ੍ਰਾਈਸਟ ਦੇ ਸੰਬੰਧੀ ਜਾਂ ਮੋਜ਼ਿਸ ਦੇ ਸੰਬੰਧੀ ਇਹ ਗੱਲਾਂ ਆਉਂਦੀਆਂ। ਸਭ ਤੋਂ ਪਹਿਲਾਂ ਜੀਸਸ ਤੋਂ ਪਹਿਲਾਂ ਮੋਜ਼ਿਸ ਹੋਇਆ। ਜੇ ਆਪਾਂ ਰਿਲੀਜੀਅਸ ਸਟੱਡੀਜ਼ ਦੀ ਥੋੜ੍ਹੀ ਜਿਹੀ ਉਹਨੂੰ ਵਰਗ ਵੰਡ ਕਰੀਏ, ਧਰਮਾਂ ਦਾ ਜਦੋਂ ਅਧਿਐਨ ਕਰਦੇ ਹਾਂ ਤਾਂ ਦੋ ਟਰਡੀਸ਼ਨਸ ਸਾਡੇ ਸਾਹਮਣੇ ਆਉਂਦੀਆਂ, ਇੱਕ ਸੈਮੈਟਿਕ, ਇੱਕ ਇੰਡੀਅਨ। ਸੈਮੈਟਿਕ ਟਰਡੀਸ਼ਨ ਦੇ ਵਿੱਚ ਆਪਾਂ ਬੇਸਿਕਲੀ 3 ਧਰਮ ਪੜ੍ਹਦੇ ਹਾਂ, ਯਹੂਦੀ, ਈਸਾਈ ਅਤੇ ਇਸਲਾਮ। ਇੰਡੀਅਨ ਟਰਡੀਸ਼ਨ ਦੇ ਵਿੱਚ ਵੈਦਿਕ ਧਰਮ ਹੈ, ਜਿਹਨੂੰ ਆਪਾਂ ਹਿੰਦੂ ਧਰਮ ਦੇ ਨਾਮ ਜਾਣਦੇ ਹਾਂ। ਦੂਜਾ ਜੈਨ, ਬੁੱਧ ਅਤੇ ਸਿੱਖੀਜ਼ਮ। ਜਦੋਂ ਆਪਾਂ ਸੈਮੈਟਿਕ ਟਰਡੀਸ਼ਨ ਦੀ ਗੱਲ ਕਰਦੇ ਹਾਂ ਤਾਂ ਯਹੂਦੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਪ੍ਰੋਫਿਟ ਹੋਇਆ, ਪੈਗੰਬਰ ਹੋਇਆ, ਹੀ ਵਾਜ਼ ਮੋਜ਼ਿਸ, ਮੂਸਾ ਕਹਿੰਦੇ ਪੰਜਾਬੀ ਦੇ ਵਿੱਚ। ਅਤੇ ਮੂਸੇ ਨੂੰ ਕਹਿੰਦੇ ਜਦੋਂ ਯਹੋਵਾ ਉਹਨਾਂ ਦਾ ਰੱਬ ਹੈ, ਯਹੋਵਾ ਜਦੋਂ ਪੈਗੰਬਰ ਥਾਪਦਾ ਅਤੇ ਉਹਨੂੰ 10 ਆਦੇਸ਼ ਕਰਦਾ। 10 ਕਮਾਂਡਮੈਂਟਸ ਬਾਈਬਲ ਦੇ ਵਿੱਚ ਲਿਖੀਆਂ। ਉਹਨਾਂ ਦੇ ਵਿੱਚੋਂ ਇੱਕ ਆਦੇਸ਼, ਇੱਕ ਕਮਾਂਡਮੈਂਟ ਹੈਗੀ ਆ ਵੀ ਆਪਣੇ ਆਲੇ ਦੁਆਲੇ ਦੇ ਬੰਦਿਆਂ ਨਾਲ, ਆਪਣੇ ਗੁਆਂਢੀਆਂ ਨਾਲ ਪਿਆਰ ਕਰਨਾ। ਇੱਥੋਂ ਗੱਲ ਪਿਆਰ ਦੀ ਸ਼ੁਰੂ ਹੁੰਦੀ ਹੈ, ਜਿਹਨੂੰ ਜੀਸਸ ਹੋਰ ਅੱਗੇ ਲੈ ਕੇ ਜਾਂਦੇ ਨੇ। ਬਾਈਬਲ ਦੇ ਵਿੱਚੋਂ ਕੋਡ ਕੀਤੀਆਂ ਗਈਆਂ, ਮੈਂ ਉਹਦੇ ਵਿੱਚ ਨਹੀਂ ਪੈਂਦਾ। ਸਿਰਫ ਮੈਂ ਇਹ ਦੱਸਣਾ ਚਾਹ ਰਿਹਾ ਕਿ ਜੋ ਸਰੂਪ ਪਿਆਰ ਦਾ ਗੁਰਬਾਣੀ ਵਿੱਚ ਹੈ, ਹੋਰ ਕਿਸੇ ਧਰਮ ਗ੍ਰੰਥ ਵਿੱਚ ਨਹੀਂ ਆਇਆ। ਕਿਉਂਕਿ ਗੁਰਬਾਣੀ ਵਿਚਲਾ ਜਿਹੜਾ ਪ੍ਰੇਮ ਹੈ ਉਹ ਪਰਮਾਤਮ ਸਰੂਪ ਹੈ, ਉਹ ਪਰਮਾਤਮਾ ਦਾ ਹੀ ਇੱਕ ਦੂਜਾ ਰੂਪ ਹੈ। ਜਿਹੜਾ ਪ੍ਰੇਮ ਹੈ ਉਹ ਜਿਵੇਂ ਪਹਿਲਾਂ ਦੱਸਿਆ ਸੀ, ਨਿੱਜ ਤੋਂ ਸ਼ੁਰੂ ਹੋ ਕੇ ਸਮਾਜ ਦੇ ਵਿੱਚ ਦੀ ਹੋਇਆ ਇਹ ਪਰਮਾਤਮਾ ਤੱਕ ਪਹੁੰਚਦਾ। ਸਮਾਜਿਕ ਪੱਧਰ 'ਤੇ ਮਨੁੱਖਾ ਆਜ਼ਾਦੀ, ਬਰਾਬਰੀ, ਭਾਈਚਾਰਕ ਸਾਂਝ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ,
ਇਹ ਸਾਰੀਆਂ ਚੀਜ਼ਾਂ ਪ੍ਰੇਮ ਦਾ ਕੇਂਦਰੀ ਧੁਰਾ ਨੇ। ਜਿੰਨੇ ਵੀ ਪਰੰਪਰਾ ਦੇ ਵਿੱਚ ਗੱਲ ਵਿਚਾਰ ਚੱਲਦੀ ਆ ਰਹੀ ਸੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹ ਸਾਰੀਆਂ ਪਰੰਪਰਕ ਸਮਾਜਿਕ ਸਾਰੇ ਬੰਧਨ ਤੋੜ ਕੇ ਉਹਨਾਂ ਨੇ ਤੇ ਅੱਗੋਂ ਉਹਨਾਂ ਦੇ ਨੌ ਜੋਤ ਸਰੂਪ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਜਿਹੜੇ ਲਤਾੜੇ ਆ ਰਹੇ ਗਰੀਬ ਸੀਗੇ ਉਹਨਾਂ ਨੂੰ ਪ੍ਰੇਮ ਨਾਲ ਗੱਲ ਲਾ ਕੇ, ਨੀਚਾ ਅੰਦਰ ਨੀਚ ਜਾਤ, ਉਹਨਾਂ ਨੂੰ ਪ੍ਰੇਮ ਨਾਲ ਗੱਲ ਲਾ ਕੇ ਉਹਨਾਂ ਨੂੰ ਇੱਜ਼ਤ ਤੇ ਸਵੈਮਾਨ ਨਾਲ ਜਿਉਣਾ ਸਿਖਾਇਆ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਕੋਈ ਬਗਾਨਾ ਹੈ ਹੀ ਨਹੀਂ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਕਹਿੰਦੇ ਮੈਂ ਤਾਂ ਸਾਰਿਆਂ ਦੀ ਸੱਜਣ ਹਾਂ, ਸਾਰੇ ਮੇਰੇ ਮਿੱਤਰ ਨੇ। ਇਹਨੂੰ ਇਕਨੋਮਿਕਸ ਦੇ ਵਿੱਚ ਹੋਰ ਤਰ੍ਹਾਂ ਦੇਖਿਆ ਗਿਆ, ਦੂਜੇ ਨੂੰ ਅਦਰ ਟਰਮ ਦੇ ਨਾਲ ਇਹਨੂੰ ਪ੍ਰਵਾਨ ਕੀਤਾ ਗਿਆ। ਪਰਾਏ ਬਗਾਨੇ ਨੂੰ, ਬਗਾਨੇ ਦੀ ਗੱਲ ਜਦੋਂ ਕਰਦੇ ਹਾਂ ਇਕਨੋਮਿਕਸ ਦੇ ਵਿੱਚ ਅਦਰ ਨਾਲ ਡਿਨੋਟ ਕੀਤਾ ਜਾਂਦਾ ਇਹਨੂੰ। ਤੇ ਬਿਯੋਂਡ ਅਦਰਨੈਸ ਸਿੱਖੀਜ਼ਮ ਹੈ। ਬਿਯੋਂਡ ਅਦਰਨੈਸ ਸਿੱਖਾਂ ਲਈ, ਗੁਰੂ ਸਾਹਿਬਾਨ ਲਈ ਕੋਈ ਦੂਜਾ ਹੈ ਹੀ ਨਹੀਂ। ਦੂਜਾ ਨਾ ਹੀ ਕੋਏ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਏਕੋ ਸਿਮਰ ਨਾ ਦੂਜਾ ਭਾਓ। ਬਹੁਤ ਬੇਅੰਤ ਐਸੇ ਪ੍ਰਮਾਣ ਨੇ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਕੋਈ ਬਗਾਨਾ ਹੈ ਹੀ ਨਹੀਂ। ਇਸ ਲਈ ਜੇ ਬਗਾਨਾ ਨਹੀਂ ਤਾਂ ਸਾਰੇ ਇੱਕੋ ਨੇ, ਸਾਰੇ ਆਪਣੇ ਹੀ ਨੇ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਪ੍ਰੋਫੈਸਰ ਪੂਰਨ ਸਿੰਘ ਨੇ ਬਾਤ ਕਮਾਲ ਲਿਖਿਆ, ਕਹਿੰਦੇ ਟੂ ਸੀ ਅਦਰ ਇਜ਼ ਸਿਨ ਇਨ ਸਿੱਖੀਜ਼ਮ, ਟੂ ਸੀ ਅਦਰ ਇਜ਼ ਸਿਨ ਇਨ ਸਿੱਖੀਜ਼ਮ। ਦੂਜਾ ਦੇਖਣਾ ਸਿੱਖ ਧਰਮ ਦੇ ਵਿੱਚ, ਦੂਜਾ ਭਾਵ ਰੱਖਣਾ ਪਾਪ ਹੈ। ਪ੍ਰੋਫੈਸਰ ਪੂਰਨ ਸਿੰਘ। ਸੋ ਦੂਜੇ ਦਾ ਭਾਵ ਹੈ ਹੀ ਨਹੀਂ, ਮਨਫੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੂਜੇ ਦੀ ਸ਼ਹਾਦਤ ਦੇ ਰਹੇ ਨੇ। ਬਗਾਨੇ ਲਈ ਜਿਹਨੂੰ ਆਪਾਂ ਆਪਣੇ ਸ਼ਬਦਾਂ ਵਿੱਚ ਕਹੀਏ, ਉਹਨਾਂ ਦੀ ਦ੍ਰਿਸ਼ਟੀ 'ਚ ਨਹੀਂ ਦੂਜਾ ਕੋਈ। ਸਿਰਫ ਆਪਾਂ ਸਮਝਣ ਮਾਤਰ ਕਹਿ ਰਹੇ ਹਾਂ ਵੀ ਇੱਕ ਬੰਨੇ ਜਨੇਊ ਪਾਉਣ ਤੋਂ ਮਨਾਹੀ ਕੀਤੀ ਜਾ ਰਹੀ ਹੈ, ਇੱਕ ਬੰਨੇ ਜਨੇਊ ਬਚਾਉਣ ਲਈ ਅੱਗੇ ਆਏ ਨੇ। ਕਿਆ ਕਮਾਲ ਹੈ। ਜੇ ਆਪਾਂ ਡੂੰਘਾਈ ਨਾਲ ਇਸ ਗੱਲ ਦੀ ਥੋੜ੍ਹੀ ਜਿਹੀ ਪੜਚੋਲ ਕਰੀਏ ਤਾਂ ਜਿਹੜੀ ਪਰ ਦੀ ਭਾਵਨਾ, ਪਰ ਬਗਾਨੀਅਤ ਦੀ ਜਿਹੜੀ ਭਾਵਨਾ ਹੈ ਉਹ ਹਉਮੈ ਕਰਕੇ ਹੈ। ਪਰਮਾਤਮਾ ਤੇ ਮਨੁੱਖ ਵਿੱਚ ਜਿਹੜਾ ਇੱਕ ਪੜਦਾ ਹੈ ਉਹ ਹਉਮੈ ਦਾ ਹੀ ਹੈ। ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਭੇਖੇ ਦੂਰ ਆਇਓ। ਭੰਬੀਰੀ ਦਾ ਦ੍ਰਿਸ਼ਟਾਂਤ ਲੈਂਦੇ ਆ। ਹੈਲੀਕਾਪਟਰ ਕਹਿੰਦੇ ਹੁੰਦੇ ਸੀ ਆਪਾਂ ਨਿੱਕੇ ਹੁੰਦੇ, ਤੁਸੀਂ ਵੀ ਕਹਿੰਦੇ ਹੋਣੇ ਹੈਲੀਕਾਪਟਰ ਆ ਇਸ ਮੌਸਮ 'ਚੋਂ ਹੈ ਨਾ, ਜਿਹੜੇ ਜੀ ਆ ਜਾਂਦੇ ਆ। ਉਹਨੇ ਜਿਹੜਾ ਖੰਭ ਹੁੰਦੇ ਆ, ਜਿੰਨਾ ਬਰੀਕ ਆ ਖੰਭ, ਉਹੋ ਜਿਹਾ ਬਰੀਕ ਪਰਦਾ ਹੈ ਹਉਮੈ ਤਾਂ ਰੱਬ ਤੇ ਬੰਦੇ ਵਿੱਚ, ਉਹੀ ਨਹੀਂ ਦੂਰ ਹੁੰਦਾ। ਕਹਿੰਦੇ ਇਹ ਤਿਤਲੀ ਦੇ ਬਰੀਕ ਖੰਭਾਂ ਵਰਗਾ ਜਿਹੜਾ ਪਰਦਾ ਹੈ ਇਹ ਬੰਦੇ ਤੇ ਪਰਮਾਤਮਾ ਵਿੱਚ ਹੈ। ਇਹੀ ਪਰਦਾ ਮਨੁੱਖ ਤੇ ਮਨੁੱਖ ਵਿੱਚ ਹੈ, ਹਉਮੈ ਦਾ। ਬਗਾਨਾ ਕਿਉਂ ਹੈ? ਕਿਉਂਕਿ ਮੇਰੀ ਈਗੋ ਹੈ। ਹੂ ਆਰ ਯੂ? ਬੰਦਾ ਆਪਣੀ ਈਗੋ ਦੇ ਅੰਡਰ ਦੂਜੇ ਨੂੰ ਦੂਜਾ ਸਮਝਦਾ। ਜੇ ਹਉਮੈ ਨਿਕਲ ਜੇ ਤਾਂ ਫਿਰ ਸਾਰੇ ਹੀ ਆਪਣੇ ਨੇ, ਕੋਈ ਬਗਾਨਾ ਹੈ ਹੀ ਨਹੀਂ, ਕੋਈ ਦੂਜਾ ਹੈ ਹੀ ਨਹੀਂ। ਵੱਡੀ ਸਮੱਸਿਆ ਇਹੀ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿੰਨੇ ਵੀ ਪ੍ਰਚਲਿਤ ਪਰੰਪਰਾਵਾਂ ਸੀਗੀਆਂ, ਚਾਹੇ ਉਹ ਵੈਦਿਕ ਧਰਮ ਨਾਲ ਸੰਬੰਧਿਤ ਸੀ, ਚਾਹੇ ਮੁਸਲਮਾਨ ਸੀਗੇ, ਚਾਹੇ ਜੋਗੀ ਸੀਗੇ, ਜਿਹਨੂੰ ਗੁਰੂ ਸਾਹਿਬ ਨੇ ਬਾਖੂਬੀ ਬਿਆਨ ਕੀਤਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵਾ ਜੀਆਂ ਘਾਏ, ਜੋਗੀ ਜੁਗਤ ਨ ਜਾਣਾ ਅੰਧ, ਤੀਨੇ ਉਜਾੜੇ ਕਾ ਬੰਦ। ਉਹ ਪ੍ਰਸੰਗ ਦੂਸਰਾ, ਮੈਂ ਧਿਰਾਂ ਦੀ ਸਿਰਫ ਡੈਫੀਨੇਸ਼ਨ ਦੇ ਰਿਹਾ। ਉਹ ਧਿਰਾਂ ਨੇ ਜਿਹੜੀਆਂ, ਉਹਨਾਂ ਦੇ ਅੰਦਰ ਵੱਡੀ ਸਮੱਸਿਆ ਹੈ ਕਿ ਉਹ ਦੂਜਾ ਦੇਖ ਰਹੀਆਂ। ਇਹਨਾਂ ਧਰਮਾਂ ਦੇ ਵਿੱਚ ਪ੍ਰੇਮ ਦੀ ਜਿਹੜੀ ਉੱਤਮ ਅਵਸਥਾ ਉਹ ਬਹੁਤ ਘੱਟ ਦਿਖਾਈ ਦਿੰਦੀ ਹੈ। ਉਹ ਉਸ ਅਵਸਥਾ ਤੱਕ ਪਹੁੰਚਦੇ ਲੋਕ ਕਿਉਂ? ਕਿਉਂਕਿ ਵੈਦਿਕ ਧਰਮ ਦੇ ਵਿੱਚ ਵਰਨ ਵੰਡ ਹੈ। ਉਹ ਵਰਨ ਵੰਡ ਕਰਕੇ ਦੂਜੇ ਨੂੰ ਦੇਖ ਰਹੇ ਆ ਵੀ ਇਹ ਸ਼ੂਦਰ ਹੈ, ਇਹ ਵੈਸ਼ ਹੈ। ਸ਼ੂਦਰਾਂ ਦੀ ਤਾਂ ਬਹੁਤ ਜ਼ਿਆਦਾ ਅਧੋਗਤੀ ਹੋਈ ਹੈ ਨਾ, ਉਹ ਅੱਜ ਵੀ ਸਟਿਲ ਇਟ ਇਜ਼ ਪ੍ਰੀਵੇਲੈਂਟ, ਅੱਜ ਵੀ ਹੋ ਰਹੀ ਆ।
मैं उधर ना जावां। वो शूद्रां नूं दूजा देखते हैं, बगाना देखते हैं, नीवां देखते हैं, तां करके उन्हां दे अंदर वो प्यार की वो सिखर, प्रेम की वो सिखर आउंदी नहीं। इसे करके वो प्रभु प्रेम तो सखणे ने। दूजे बन्ने मुसलमानों नूं देखिए, वो भी गैर मुस्लिम नूं पसंद नहीं करते, गैर मुसलमान बंदे नूं पसंद नहीं करते। उन्हां दा भी एक हौमे दा पर्दा एक उन्हां दा। इसी तरह तीजी श्रेणी सी जोगी। जोगी लोग भी ने जड़े वो संसारी ते त्यागी दरम्यान एक पर्दा खड़ा कर रहे हैं भी ये संसारी है, असी त्यागी हाँ। तो उन्हों का फिर महाराज ने गुरबाणी दे विच थां वरथाए दस्या भी की उन्हों का जिहड़ा चलन सीगा वो भी प्रवान नहीं किते। तिने उजाड़ेगा बंद, उजाड़दा बंद ही दसे ने महाराज ने। सो गुरु साहब इन्हां वंडां तो अदरनैस तो तोड़ते हैं, अदर तो सानू बियॉन्ड अदर करते हैं भी दूजा तो है ही नहीं कोई। इसे करके सिख धर्म विच प्रेम मार्ग दृढ़ करवाया गया। तो वो प्रेम मार्ग की है, वो हठ योग प्रवान नहीं जिहड़ा उन्हां धर्मां दे विच सीगा, उन्हां परंपरावां दे विच सीगा। सिर्फ प्रेमा भगती राही परमात्मा तक पहुँच करनी सिखाई गई है। गुरबाणी दे विच जे आपां गौह नाल विचारीए तां ये वैसे तो मैं गलत शब्द वरतन लगा, नोइंगली वरत रहा। कंसैप्ट ऑफ ट्रिनिटी क्रिश्चनस दे विच है, त्रि एकता का सिद्धांत। वो त्रि एकता नूं आपां अपने इधर ट्रांसफॉर्म करिए तां सानू संगत, पंगत ते खालसा। मेरी अपनी एजम्पशन है, प्लीज़ किसी विद्वान की राइटिंग नहीं है, मैं अपने आप जिवें फील कर रहा, मैं आई भी रॉन्ग। संगत है, पंगत है, खालसा है। गुर संगत किंदी खालसा, जिन्हों बाद साडे कवियां ने भी विचारिया। संगत दे विच आके बंदा प्रेम की भाषा सीखदा है। संगत विच आके अगे आपां गल्लां करांगे डिटेल दे विच प्रेम प्राप्ति के साधन की ने, उन्हां दे विच मैं इसनूं लिया इस पॉइंट तो। दूसरा हैगा पंगत। एक जदों लाइन दे विच क्यू दे विच बैठ के, पंगत विच बैठ के कोई जात, कोई अहुदे, कोई उच्चे नीवें का फर्क ना समझते हुए जदों असीं बराबर बैठते हैं तो साडे मनां दे विच प्रैक्टिकली एक दूजे नाल प्रेम भावना उजागर हुंदी है। खालसा तो बनाई महाराज ने प्रेम की मूरत है। कबीर साहब ने बड़ा सुंदर फरमान किया, कहो कबीर जन भए खालसे प्रेम भगत जिह जानी। खालसा भाव प्योर, वो हिस्टोरिकल इंसीडेंट नहीं मैं लै रहा, जो वो भी लै लीए तो वो भी कोई अतकथन ही नहीं, वो भी प्यार की मूरत है। इस करके यह जिहियां विहारक प्रेम दियां इतिहास विचों डॉक्टर साहब ने, प्रोफैसर मनजीत सिंह उन्होंने सानू 2-4 साखियां सुनाइयां। भाई कन्हैया जी अब पहला गल सुन के आए हैं, माता भागपुरी 6वें पातशाह के टाइम पर होर बेअंत सिख सिंगणियां यह जिहियां होईयां जिन्हां ने प्रेम गाथा आपां शाम तक गाई जाइए, उन्हां दी मुक्कणी नहीं। टोडरमल देखो, आ हुणे आ रहा दिन वो नेड़े, आपां उदों याद करांगे, उदों ही करते हैं याद, मुड़ के फिर भुल जाते हैं। पता है भी मेरी जान की बाजी ला के अगला दुध पियान जा रहे साहिबजादियां नूं, माता नूं पता है भी जान जा सकती है, तां भी प्यार है गुरु का, निग है मन दे विच जा रहे हैं। प्रेम के प्रथा बुद्धिज़म दे विच एक बड़ी बाकमाल जी है वो ट्रेडिशन है। बुद्धिज़म दे विच वो एक रीसेंट रिसर्च हुई सी 1990 दे विच, 90 दे विच डॉक्टर साहब 90 दे विच की रिसर्च हुई है एक, वो रिसर्च द्वारा ये दर्शाया गया है कि जेकर कोई बोधी भिक्षु, बोधियां दे भिक्षु होंदे आ, भिखू कहंदे आ, बोधी भिखू पूर्ण प्रेम विच विलीन होके विकारां दा त्याग करके बुद्ध की याद विच रहे तां उसका शरीर है जिहड़ा, बॉडी है जिहड़ी, एक अजीब किस्म के प्रकाश विच तब्दील हो जाती है। जिहड़ा बुद्धिज़म दे विच एक रीसेंट रिसर्च हुई सीगी
ਉਹਦੇ ਵਿੱਚ ਰਿਸਰਚ ਵਿੱਚ ਇਹ ਦਰਸਾਇਆ ਗਿਆ ਕਿ ਬੁੱਧ ਧਰਮ ਵਿੱਚ ਜੇ ਕੋਈ ਬੋਧੀ ਭਿਕਸ਼ੂ ਪੂਰਨ ਪ੍ਰੇਮ ਵਿੱਚ ਵਿਲੀਨ ਹੋ ਕੇ ਨਿਰਵਿਕਾਰ ਹੋ ਕੇ ਬੁੱਧ ਦੀ ਯਾਦ ਵਿੱਚ ਰਹੇ ਤਾਂ ਉਸ ਦਾ ਜਿਹੜਾ ਸਰੀਰ ਹੈ, ਬਾਡੀ ਹੈ, ਉਹ ਇੱਕ ਅਜੀਬ ਕਿਸਮ ਦੇ ਪ੍ਰਕਾਸ਼ ਰੂਪ ਵਿੱਚ ਤਬਦੀਲ ਹੋ ਕੇ ਕੁਦਰਤ ਵਿੱਚ ਸਮਾ ਜਾਂਦੀ ਹੈ। ਇਸ ਗੱਲ ਨੂੰ ਮੈਂ ਲਿੰਕ ਦਊਂਗਾ, ਜਿਹੜਾ ਕੋਈ ਦੇਖਣਾ ਚਾਹੁੰਦਾ, ਵੀਡੀਓਗ੍ਰਾਫੀ ਕੀਤੀ ਹੋਈ ਹੈ ਜੋ ਮੈਂ ਇਹ ਗੱਲ ਸੁਣਾ ਰਿਹਾ, ਮੈਂ ਲਿੰਕ ਦਊਂਗਾ, ਤੁਸੀਂ ਉਹ ਦੇਖ ਸਕਦੇ ਹੋ। ਹਾਂ ਬਈ, ਸਰੀਰ ਹੈ ਪ੍ਰਕਾਸ਼ ਰੂਪ ਵਿੱਚ, ਮਤਲਬ ਇੱਕ ਟਾਈਮ 'ਤੇ ਆ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਤਰ ਤਤਰ ਦਿਸਾ ਵਿਸਾ ਹੋਈ ਫੈਲਿਓ ਅਨੁਰਾਗ, ਉਹ ਅਨੁਰਾਗ ਰੂਪ, ਪ੍ਰੇਮ ਰੂਪ, ਪ੍ਰਕਾਸ਼ ਰੂਪ ਹੋ ਕੇ ਬਾਡੀ ਕੁਦਰਤ ਵਿੱਚ ਸਮਾ ਜਾਂਦੀ ਹੈ। ਇਹ ਇੱਕ ਇਹਨੂੰ ਕਿਹਾ ਜਾਂਦਾ ਰੇਨਬੋ ਬਾਡੀ। ਰੇਨਬੋ ਬਾਡੀ ਇਹਨੂੰ ਟੈਕਨੀਕਲੀ ਨਾਮ ਦਿੱਤਾ ਰੇਨਬੋ। ਜਿਵੇਂ ਬਾਹਰ ਸਤਰੰਗੀ ਨਹੀਂ ਬਣ ਜਾਂਦੀ, ਆ ਪਿੱਛੇ ਕੁਝ ਦਿਨ ਪਹਿਲਾਂ ਮੀਂਹ ਪਏ ਸੀ ਅਤੇ ਕਾਫੀ ਥਾਵਾਂ ਤੁਸੀਂ ਦੇਖੀ ਹੋਣੀ ਰੇਨਬੋ। ਰੇਨਬੋ ਬਾਡੀ ਦਾ ਨਾਂ ਦਿੱਤਾ ਜਿਹੜੇ ਰਿਸਰਚਰਸ ਨੇ ਉਹਨਾਂ ਨੇ। ਇਹਦਾ ਇੰਸਟੀਚਿਊਟ ਆਫ ਨੋਇਟਿਕ ਸਾਇੰਸਿਸ ਹੈ ਇੱਕ, ਇਹਨਾਂ ਨੇ ਰਿਸਰਚ ਕੰਡਕਟ ਕਰਾਈ ਸੀ ਇਹਦੇ ਉੱਤੇ, ਅਤੇ ਲਗਭਗ 1,60,000 ਇਹਨਾਂ ਕੋਲ ਡਾਕੂਮੈਂਟਰੀਜ਼ ਨੇ ਐਸੀਆਂ ਜਿਹੜੇ ਬਾਡੀਜ਼ ਰੇਨਬੋ ਬਾਡੀ ਦੇ ਵਿੱਚ ਕਨਵਰਟ ਹੋਈਆਂ। ਇਹ ਕਰਨ ਵਾਲਾ ਕੌਣ ਸੀ? ਫਾਦਰ ਫਰਾਂਸਿਸ ਵੀ ਟਿਸੋ ਹੋਇਆ। ਇਹਨੇ ਇਹ ਸਾਰੀ ਵਿਥਿਆ ਆਪ ਡਾਕੂਮੈਂਟ ਕੀਤੀ ਅਤੇ ਇਹਦੇ ਉੱਤੇ ਆਪਣੇ ਲੈਕਚਰਸ ਡਿਲੀਵਰ ਕੀਤੇ ਆ। ਇਹ ਹੈਗੀ ਇੱਕ ਜਿਹੜਾ ਕਾਰਜ ਹੈ, ਇਹਨੂੰ ਦ ਅਮੈਰੀਕਨ ਅਕੈਡਮੀ ਆਫ ਰਿਲੀਜਨ ਐਂਡ ਦ ਅਮੈਰੀਕਨ ਫਿਲਾਸਫੀਕਲ ਸੁਸਾਇਟੀ ਨੇ ਫਾਦਰ ਫਰਾਂਸਿਸ ਨੂੰ ਫਾਈਨੈਂਸ਼ੀਅਲ ਏਡ ਦਿੱਤੀ, ਤਾਂ ਕਰਕੇ ਇਹਨੇ ਮਤਲਬ 1.5 ਲੱਖ ਤੋਂ ਉੱਤੇ ਜਿਹੜਾ ਡਾਕੂਮੈਂਟਰੀਜ਼ ਹੈ ਜਿਹੜੀਆਂ ਉਹ ਇਸ 'ਤੇ ਤਿਆਰ ਕੀਤੀਆਂ। ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਭਿਕਸ਼ੂ ਹੈ, ਆਪਣਾ ਪੰਜ ਭੂਤਕ ਜਿਹੜਾ ਸਰੀਰ ਹੈ, ਇਹ ਤੋਂ ਮੁਕਤ ਹੋ ਕੇ ਪ੍ਰਕਾਸ਼ ਰੂਪ ਵਿੱਚ ਜਦੋਂ ਜਾਂਦਾ ਤਾਂ ਇਹਨੂੰ ਕਰਨਾ ਕੀ ਪੈਂਦਾ? ਥਾਟ ਪ੍ਰੋਸੈਸ ਕੀ ਹੈ? ਥਾਟ ਪ੍ਰੋਸੈਸ ਕੀ ਹੈ? ਇਹ ਕਹਿੰਦੇ ਇਹਨੂੰ ਆਪਣੇ ਅੰਦਰ ਪਿਆਰ ਭਰੇ ਵਿਚਾਰ ਸਾਰੀ ਜ਼ਿੰਦਗੀ ਚਲਾਉਣੇ ਪੈਂਦੇ ਆ। ਸਾਰੀ ਜ਼ਿੰਦਗੀ 13 ਤੋਂ 60 ਸਾਲ ਉਮਰ ਇਹ ਰਿਸਰਚਰ ਨੇ ਲਿਖੀ ਹੈ। 13 ਤੋਂ 60 ਸਾਲ ਦੀ ਉਮਰ ਤੱਕ ਹਰ ਟਾਈਮ, ਹਰ ਸਮੇਂ ਸਿਰਫ ਪਿਆਰ ਹੀ ਪਿਆਰ ਹੈ। ਜਿਹੜੀਆਂ ਥਾਟਸ ਆਫ ਲਵ ਨੇ ਉਹ ਤੁਹਾਡੇ ਮਾਈਂਡ 'ਚ ਰਹਿਣੀਆਂ ਚਾਹੀਦੀਆਂ ਐਵਰੀ ਟਾਈਮ। ਤਾਂ ਜੇ ਬੰਦਾ ਇਹ ਚੀਜ਼ ਨੂੰ ਕਮਾ ਲੈਂਦਾ ਤਾਂ ਇਸ ਅਨੁਭਵ ਨੂੰ ਮਹਿਸੂਸ ਕਰਦਾ ਕਿ ਉਹਦੀ ਬਾਡੀ ਹੈ ਜਿਹੜੀ ਉਹ ਰੇਨਬੋ ਬਾਡੀ ਬਣ ਜਾਂਦੀ ਹੈ। ਤਾਂ ਬੋਧੀਆਂ ਦੇ ਵਿੱਚ ਇੱਕ ਵਿਸ਼ਵਾਸ ਹੈ, ਤਿੱਬਤ ਦੇ ਵਿੱਚ ਹਰੇਕ 5 ਸਾਲ ਦੇ ਵਿੱਚ, 5 ਸਾਲ ਦੇ ਵਿੱਚ, ਹਰੇਕ 5 ਸਾਲ ਦੇ ਦਰਮਿਆਨ ਇੱਕ ਬੋਧੀ ਭਿਕਸ਼ੂ ਇਸ ਪ੍ਰਕਾਸ਼ ਰੂਪ ਨੂੰ ਅਨੁਭਵ ਕਰਦਾ। ਤਾਂ ਇਹ ਮਤਲਬ ਇਹਦੇ ਨਾਲ ਪੂਰੀ ਜਿਹੜੀ ਹੈ ਟਰਾਂਸਫਾਰਮੇਸ਼ਨ ਹੋ ਜਾਂਦੀ ਹੈ ਬੰਦੇ ਦੀ। ਗੱਲ ਕੀ ਹੈ ਵੀ ਇਹ ਦੱਸਦੇ ਨੇ ਜਦੋਂ ਟਰਾਂਸਫਾਰਮ ਹੁੰਦੀ ਹੈ ਤਾਂ ਬੰਦਾ ਆਪਣੀ ਇੱਕ ਨਿਸ਼ਾਨੀ ਛੱਡਦਾ ਵੀ ਉਹ ਕਿਤੇ ਵੀ ਕੰਧ 'ਤੇ ਆਪਣਾ ਹੱਥ ਇਸ ਤਰ੍ਹਾਂ, ਜਿਵੇਂ ਗੁਰੂ ਸਾਹਿਬ ਦਾ ਪੰਜਾ ਆਪਾਂ ਦੇਖਦੇ ਹਾਂ, ਇਸ ਤਰ੍ਹਾਂ ਕਿਤੇ ਹੱਥ ਕਿਤੇ ਪੈਰ ਨਿਸ਼ਾਨੀ ਵਜੋਂ ਛੱਡ ਦਿੰਦਾ। ਉਸ ਤੋਂ ਬਾਅਦ ਜਦੋਂ ਉਹਦਾ ਟਰਾਂਸਫਾਰਮ ਹੁੰਦਾ ਸਰੀਰ ਹੈ ਜਿਹੜਾ ਲਾਈਟ ਦੇ ਵਿੱਚ, ਤਾਂ ਕਹਿੰਦੇ ਆ ਵੀ ਉਹ ਟਰਾਂਸਫਾਰਮੇਸ਼ਨ ਹੈ ਜਿਹੜੀ ਸਰੀਰ ਕਈ ਵਾਰ ਤਾਂ ਬੱਚੇ ਜਿੰਨਾ ਰਹਿ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਆ 3.5 ਹੱਥ ਦੇਹਰੀ, ਸਿਰਫ 3.5 ਹੱਥ ਰਹਿੰਦੀ ਹੈ ਕਹਿੰਦੇ ਜਦੋਂ ਬੰਦਾ ਮਰਦਾ ਉਸ ਤੋਂ ਬਾਅਦ, ਤਾਂ ਉਹ ਬੱਚੇ ਨੂੰ ਸਰੀਰ ਰਹਿ ਜਾਂਦਾ। ਜਾਂ ਕਈ ਵਾਰੀ ਉਹ ਵੀ ਨਹੀਂ ਰਹਿੰਦਾ, ਸਿਰਫ 9 ਰਹਿ ਜਾਂਦੇ, 9 ਜਾਂ ਦਾੜੀ ਦੇ ਕੇਸ ਜਾਂ ਸਿਰ ਦੇ ਕੇਸ ਇਹ ਰਹਿ ਜਾਂਦੇ ਆ, ਬਾਡੀ ਐਬਜ਼ੋਰਬ ਹੀ ਹੋ ਜਾਂਦੀ ਹੈ। ਆਈ ਡੋਂਟ ਨੋ ਮਤਲਬ ਕੀ ਇਹਦੇ ਪਿੱਛੇ ਟੈਕਨੀਕਲਿਟੀਜ਼ ਨੇ, ਰੂਹਾਨੀਅਤ ਕੀ ਇਹਦੇ ਪਿੱਛੇ, ਪਰ ਇੱਕ ਜਸਟ ਰਿਸਰਚ ਜਿਹੜੀ ਹੋਈ ਹੈ ਰੀਸੈਂਟਲੀ ਉਹਦਾ ਮੈਂ ਜ਼ਿਕਰ ਕੀਤਾ ਰੂਹਾਨੀ ਪ੍ਰੇਮ ਦੇ ਸੰਦਰਭ ਵਿੱਚ। ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖੀਜ਼ਮ ਦਾ ਜਿਹੜਾ ਪਿਆਰ ਹੈ ਉਹ ਵਰਤ ਕਿਵੇਂ ਰਿਹਾ, ਪ੍ਰਗਟ ਕਿਵੇਂ ਹੋ ਰਿਹਾ? ਸਿੱਖੀਜ਼ਮ ਦਾ ਪਿਆਰ ਜਿਹਨੂੰ ਸ੍ਰੇਸ਼ਟ ਪਿਆਰ ਮਹਾਰਾਜ ਕਹਿ ਰਹੇ ਨੇ, ਉਹ ਸੈਲਫ ਤੋਂ ਸ਼ੁਰੂ ਹੋ ਰਿਹਾ, ਨਿਸ਼ਚਿਤ। ਤਾਂ ਹੀ ਕਹਿੰਦੇ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਿਉਂਕਿ ਇਹ ਦੇਹੀ ਇਹਦੀ ਬੜੀ ਇੰਪੋਰਟੈਂਸ ਹੈ। ਕਈ ਵਾਰੀ ਆਪਾਂ ਸੁਸਾਈਡ ਕਮਿਟ ਕਰਦੇ ਹਾਂ ਜਾਂ ਆਪਣੇ ਆਪ ਨੂੰ ਕਹਿੰਦੇ ਸਾਨੂੰ ਰੱਬ ਨੇ ਦਿੱਤਾ ਹੀ ਕੀ ਹੈ। ਜਿਨ੍ਹਾਂ ਕੋਲ ਹੱਥ ਨਹੀਂ, ਲੱਤ ਨਹੀਂ, ਬਾਂਹ ਨਹੀਂ, ਅੱਖ ਨਹੀਂ, ਸਰੀਰ ਦੇ ਪਾਰਟਸ ਨਹੀਂ, ਉਹਨਾਂ ਨੂੰ ਪੁੱਛੋ। ਇਹ ਦੇਹੀ, ਇਹ ਸਰੀਰ ਇੱਕ ਮੀਡੀਅਮ ਹੈ ਪਰਮਾਤਮਾ ਦੀ ਪ੍ਰਾਪਤੀ ਦਾ, ਉਸ ਪਿਆਰ ਦੀ ਪ੍ਰਾਪਤੀ ਦਾ। ਤਾਂ ਇਸ ਨੂੰ ਜਿਹੜਾ ਐਜਾਈ ਨਹੀਂ ਗਵਾਉਣਾ ਚਾਹੀਦਾ, ਬੰਦੇ ਨੂੰ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ। ਮੀਰਦਾਦ ਬੜਾ ਸੋਹਣਾ ਲਿਖਦਾ, ਕਹਿੰਦਾ ਮੀਰਦਾਰ ਕਹਿ ਰਿਹਾ, ਕਹਿੰਦਾ ਸਵੈ ਪਿਆਰ ਤੋਂ ਬਿਨਾਂ ਕੋਈ ਪਿਆਰ ਸੰਭਵ ਨਹੀਂ। ਸਭ ਕੁਝ ਨੂੰ ਆਪਣੇ ਵਿੱਚ ਸਮਾ ਲੈਣ ਵਾਲੇ ਨੂੰ ਹੀ
ਸਵੈ ਤੋਂ ਕੋਈ ਸਵੈ ਹਕੀਕੀ ਨਹੀਂ। ਮੀਰਜ਼ਾਦ ਦੀ ਸਟੇਟਮੈਂਟ ਹੈ, ਬਾਕਮਾਲ। ਦੂਸਰਾ ਮੈਂ ਥੋੜ੍ਹਾ ਸਿਪ ਕਰ ਰਿਹਾ ਕਿਉਂਕਿ ਮੈਨੂੰ ਇਸ਼ਾਰਾ ਹੋ ਗਿਆ ਸੀ ਟਾਈਮ ਦਾ। ਦੂਜਾ ਹੈਗਾ ਘਰ ਨਾਲ ਪਿਆਰ। ਜਿੰਨਾ ਚਿਰ ਮਨੁੱਖ ਆਪਣੇ ਘਰ ਨਾਲ, ਘਰੇਲੂ ਜਿਹੜੇ ਸਾਡੇ ਰਿਸ਼ਤੇਦਾਰ ਨੇ, ਮਾਤਾ ਪਿਤਾ ਭੈਣ ਭਰਾ, ਇਹਨਾਂ ਨਾਲ ਪਿਆਰ ਨਹੀਂ ਪਾਉਂਦਾ, ਉਨਾ ਚਿਰ ਉਹਨੂੰ ਪਿਆਰ ਦੀ ਸਿਖਰ ਤੱਕ ਪਹੁੰਚਣਾ ਉਹਦੇ ਲਈ ਸੰਭਵ ਨਹੀਂ। ਕਿਉਂ? ਮਨੁੱਖ ਦੀ ਜਿਹੜੀ ਸ਼ਖਸੀਅਤ ਹੈ, ਪਰਸਨੈਲਿਟੀ ਹੈ, ਇਹ ਘੜੀ ਹੀ ਘਰ ਵਿੱਚ ਜਾਂਦੀ ਹੈ। ਘਰ ਵਿੱਚ ਆਪਾਂ 100 ਬਾਹਰ ਆਪਾਂ ਕਈ ਫੇਸਿਸ ਰੱਖਦੇ ਹਾਂ, ਡਿਊਲ ਨਹੀਂ, ਕਈ ਫੇਸਿਸ ਹੁੰਦੇ ਸਾਡੇ ਬਾਹਰ। ਘਰ ਸਾਡਾ ਇੱਕੋ ਫੇਸ ਹੈ। ਉੱਥੇ ਪਤਾ ਚੱਲਦਾ ਸਿੱਖੀ ਕਿੰਨੀ ਕੁ ਕਮਾ ਰਿਹਾ। ਜਦੋਂ ਫਿੱਕਾ ਬੋਲ ਰਿਹਾ ਮੇਰੇ ਵਰਗਾ, ਜਦੋਂ ਲੜਾਈ ਲੜ ਰਿਹਾ, ਤਾਂ ਉਦੋਂ ਪਤਾ ਚੱਲਦਾ ਵੇਅਰ ਡੂ ਆਈ ਸਟੈਂਡ। ਘਰ ਦੇ ਵਿੱਚ ਜਿਹੜੀ ਬੰਦੇ ਦੀ ਅਸਲ ਘਾੜਤ ਹੁੰਦੀ ਹੈ। ਤਾਂ ਇਹਦੇ ਸਾਡੇ ਕੋਲ ਬਾਕਮਾਲ ਮਤਲਬ ਸਾਡੇ ਕੋਲ ਰੈਫਰੈਂਸਿਸ ਨੇ। ਤੀਸਰਾ ਹੈਗਾ ਗੁਰੂ ਨਾਲ ਪਿਆਰ। ਮੈਂ ਸਕਿਪ ਕਰ ਰਿਹਾ ਪਲੀਜ਼। ਗੁਰੂ ਨਾਲ ਪਿਆਰ ਹੈ ਜਿਹੜਾ, ਉਹ ਅਲੌਕਿਕ ਖਿੱਚ ਹੈ ਇੱਕ, ਉਹ ਬਿਆਨ ਨਹੀਂ ਹੋ ਸਕਦੀ। ਦੇਖੋ, ਗੁਰੂ ਸਾਹਿਬ ਨੂੰ ਆਪਾਂ ਇਤਿਹਾਸਕ ਤੌਰ 'ਤੇ ਦੇਖਿਆ, ਰੱਬ ਕੋਈ ਨਹੀਂ ਦੇਖਿਆ, ਮਾਫ਼ ਕਰਨਾ, ਰੱਬ ਕੋਈ ਨਹੀਂ ਦੇਖਿਆ। ਗੁਰੂ ਨੂੰ ਤਾਂ ਅਸੀਂ ਦੇਖਿਆ, ਹੁਣ ਦੇਖ ਰਹੇ ਹਾਂ ਗੁਰੂ ਗ੍ਰੰਥ ਦੇ ਰੂਪ ਵਿੱਚ। ਗੁਰੂ ਨਾਲ ਪਿਆਰ ਕਰਨਾ ਤਾਂ ਪੋਸੀਬਲ ਹੈ ਮੇਰੀ ਦ੍ਰਿਸ਼ਟੀ ਵਿੱਚ। ਰੱਬ ਤਾਂ ਯਾਰ ਜਿਵੇਂ ਕਈਆਂ ਨੇ ਕਿਹਾ ਗੋਰਖ ਧੰਦਾ, ਪਤਾ ਨਹੀਂ ਹੈ ਵੀ ਕਿ ਨਹੀਂ। ਗੁਰੂ ਨਾਲ ਪਿਆਰ ਸ੍ਰੇਸ਼ਟ ਪਿਆਰ ਹੈ। ਤਾਂ ਮੇਰੇ ਅਹਿਸਾਸ ਨੂੰ ਸਮਝਣ ਦਾ ਯਤਨ ਕਰਨਾ, ਬੜੀ ਕੰਡੈਮ ਕਰਨ ਵਾਲੀ ਗੱਲ ਨਹੀਂ ਹੈ। ਜਿੱਥੋਂ ਮੈਂ ਬੋਲ ਰਿਹਾ ਵੀ ਗੁਰੂ ਤਾਂ ਸਰਗੁਣ ਸਰੂਪ 'ਚ ਵੀ ਦਰਸ਼ਨ ਦੇ ਰਿਹਾ। ਕਈ ਅੱਜ ਕੱਲ੍ਹ ਕਹਿਣ ਲੱਗ ਗਏ ਵੀ ਦਰਸ਼ਨ ਨਹੀਂ ਹੁੰਦੇ। ਮੈਨੂੰ ਹੋਏ ਨਹੀਂ, ਪਰ ਐਸੀਆਂ ਰੂਹਾਂ ਨੂੰ ਮਿਲੇ ਆ ਜਿਹੜੇ ਦੱਸਦੀਆਂ, ਕਹਿੰਦੇ ਹੁੰਦੇ ਨਹੀਂ। ਇਹ ਪਿਆਰ ਦੀ ਖੇਡ ਹੈ, ਤੁਸੀਂ ਕਰ ਸੀ ਸਕਦੇ ਹੋ। ਇਹੋ ਜਿਹਾ ਪਿਆਰ ਗੁਰੂ ਨਾਲ ਕਰਨਾ ਜਿਹੜਾ, ਉਹ ਕਠਿਨ ਹੈ, ਸੌਖਾ ਨਹੀਂ ਹੈ। ਕਿਉਂਕਿ ਗੁਰੂ ਹੀ ਪ੍ਰੇਮ ਸਰੂਪ ਹੈ। ਹਰ ਹਿਰਦੇ ਵਿੱਚ ਉਹ ਟਿਕ ਸਕਦਾ ਜੇ ਧਿਆਨ, ਕਿਉਂਕਿ ਪਹਿਲਾਂ ਦੱਸਿਆ ਸੀ ਪਿਆਰ ਹੀ ਨਾਮ ਹੈ। ਨਾਮ ਜੇ ਹਿਰਦੇ ਵਿੱਚ ਆ ਜਾਏਗਾ ਤਾਂ ਗੁਰੂ ਆਪਣੇ ਆਪ ਆ ਜਾਏਗਾ। ਸੋ ਇਸ ਪਿਆਰ ਜਿਹੜਾ ਗੁਰੂ ਦਾ ਪਿਆਰ ਹੈ, ਉਹ ਪਰਮਾਤਮਾ ਨਾਲ ਪਿਆਰ ਪਾਉਣ ਲਈ ਹੈਲਪਫੁਲ ਹੁੰਦਾ। ਉਹ ਸਾਨੂੰ ਦੱਸਦਾ, ਗਾਈਡ ਕਰਦਾ, ਸਾਨੂੰ ਉਹਨਾਂ ਮੰਜ਼ਲਾਂ ਦੇ ਵਿੱਚ ਦੀ ਕੱਢਦਾ ਜਿਹੜੀਆਂ ਮੰਜ਼ਲਾਂ ਉਹ ਰੂਹਾਨੀ ਪਿਆਰ ਦੀ ਸਿਖਰ ਤੱਕ ਪਹੁੰਚਦੀਆਂ। ਸੋ ਗੁਰੂ ਅੰਗਦ ਸਾਹਿਬ ਕਹਿ ਰਹੇ ਨੇ, ਉਸ ਗੁਰੂ ਦੇ ਪ੍ਰੇਮ ਦੇ ਵਿੱਚ ਕਿਤੇ ਕੋਈ ਬੰਧਨ ਨਹੀਂ ਪੈਣਾ ਚਾਹੀਦਾ। ਭੀਜੋ ਸਿਜੋ ਕੰਬਲੀ ਅੱਲਾਹ ਵਰਸੋ ਮੇਹੋ, ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾ ਹੀ ਨੇਹ। ਪ੍ਰੇਮ ਦੇ ਵਿੱਚ ਨੇਮ ਹੋਣਾ ਜ਼ਰੂਰੀ ਹੈ। ਪ੍ਰੇਮ ਦੇ ਵਿੱਚ ਜੇ ਨੇਮ ਨਹੀਂ ਤਾਂ ਤੁਹਾਡਾ ਪ੍ਰੇਮ ਨਹੀਂ ਬਣ ਸਕਦਾ। ਐਸੇ ਪ੍ਰੇਮੀਆਂ ਨਾਲ ਸਿੱਖ ਇਤਿਹਾਸ ਆ ਜਿਹੜਾ ਉਹ ਸ਼ਰਸਾਰ ਹੈ। ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਹੋਰ ਵੀ ਗੱਲਾਂ ਕਰ ਸਕਦੇ ਹਾਂ। ਜਿਹੜਾ ਲਾਸਟ ਸਟੇਜ ਹੈ ਜੀ, ਉਹ ਹੈ ਰੂਹਾਨੀ ਪਿਆਰ, ਜਿਹੜਾ ਅੱਜ ਦਾ ਮੇਨ ਟੌਪਿਕ ਹੈ। ਰੂਹਾਨੀ ਪਿਆਰ ਦਾ ਆਧਾਰ ਹੈ ਜਿਹੜਾ, ਉਹ ਗੁਰੂ ਹੈ। ਪਹਿਲਾਂ ਗੱਲ ਕੀਤੀ ਹੈ, ਗੁਰੂ ਸਾਨੂੰ ਦ੍ਰਿੜ ਕਰਾਉਂਦਾ ਕਿ ਮਨੁੱਖ ਦਾ ਪਰਮ ਉਦੇਸ਼ ਕੀ ਹੈ, ਜਿਹਦੀ ਪਹਿਲਾਂ ਗੱਲ ਕੀਤੀ ਹੈ। ਉਹ ਪਰਮ ਉਦੇਸ਼ ਦੀ ਪ੍ਰਾਪਤੀ ਹੈ ਜਿਹੜੀ, ਉਹਦੀ ਜਿਹੜੀ ਪੂਰਤੀ ਹੈ, ਉਹ ਪ੍ਰੇਮ ਦੁਆਰਾ ਹੀ ਸੰਭਵ ਹੈ। ਪ੍ਰੇਮ ਦੀ ਪ੍ਰੀਤ ਸੱਚੀ ਵੀ ਹੋਣੀ ਚਾਹੀਦੀ, ਇਹ ਵੀ ਗੱਲ ਨਾਲ ਹੈ, ਦਿਖਾਵੇਬਾਜ਼ੀ ਦੀ ਨਹੀਂ। ਆਪਾਂ ਇੱਥੇ ਆ ਕੇ ਕਈ ਵਾਰੀ ਗੁਰੂ ਘਰ ਜਾ ਕੇ ਸੇਵਾ ਕਰਦੇ ਹੋਏ ਪਖੰਡ ਵੀ ਕਰ ਲੈਂਦੇ ਹਾਂ, ਸ਼ੋ ਆਫ ਵੀ ਕਰਦੇ ਹਾਂ, ਪਰ ਉਹ ਕੱਚੀ ਪ੍ਰੀਤ ਹੈ। ਪੱਕੀ ਪ੍ਰੀਤ, ਸੱਚੀ ਪ੍ਰੀਤ ਕਿਹੜੀ ਹੋਣੀ ਚਾਹੀਦੀ ਹੈ? ਸਾਡੇ ਕੋਲ ਬਹੁਤ ਰੈਫਰੈਂਸਿਸ ਨੇ, ਸਾਰੇ ਮੈਂ ਮਿਸ ਕਰਦਾ ਹੋਇਆ ਅੱਗੇ ਚੱਲਦਾ। ਕਿਉਂਕਿ ਸੱਚਾ ਪਿਆਰ ਹੈ ਉਹ ਸਿਰਫ ਇਹ ਹੈ ਕਿ ਬੰਦਾ ਜਿਹੜਾ ਉਹ ਨਿਰਸਵਾਰਥ ਹੋ ਰਿਹਾ, ਗੁਰੂ ਨਾਲ ਉਹਦਾ ਸਵਾਰਥ ਨਹੀਂ। ਭਾਵੇਂ ਪ੍ਰੋਫੈਸਰ ਮਨਜੀਤ ਸਿੰਘ ਗੱਲ ਕਰਕੇ ਗਏ ਸੀਗੇ ਵੀ ਸਵਾਰਥ ਪਹਿਲਾਂ ਜਾਪਦਾ, ਮੰਗਾ ਮੰਗਦਾ, ਭਗਤ ਧੰਨੇ ਦੀ ਗੱਲ ਤੁਰੀ ਸੀ, ਪਰ ਉਹ ਇੱਕ ਟਾਈਮ 'ਤੇ ਆ ਕੇ ਉਹਦੀਆਂ ਸਾਰੀਆਂ ਮੰਗਾਂ ਮੁੱਕ ਜਾਂਦੀਆਂ। ਉਹ ਉਸ ਅਵਸਥਾ ਦੇ ਵਿੱਚ ਕੇਵਲ ਅਤੇ ਕੇਵਲ ਪਿਆਰ ਹੀ ਪਿਆਰ ਰਹਿ ਜਾਂਦਾ, ਇੱਕ ਖਿੱਚ ਹੀ ਰਹਿ ਜਾਂਦੀ ਹੈ, ਜਿਸ ਨੂੰ ਕਿ ਇੱਕ ਰੱਬੀ ਦਾਤ ਵਜੋਂ ਜਿਹੜਾ ਜਗਿਆਸੂ ਹੈ ਉਹ ਪ੍ਰਾਪਤ ਕਰਦਾ। ਇਸ ਕਰਕੇ ਪ੍ਰੇਮ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ ਪਰਮਾਤਮਾ ਖੁਦ ਪ੍ਰੇਮ ਸਰੂਪ ਹੈ, ਜਿਵੇਂ ਪਹਿਲਾਂ ਦੱਸਿਆ। ਗੁਰੂ ਪਿਆਰ ਸਦਕਾ ਸਿੱਖ ਜਿਹੜਾ ਉਹ ਅਕਾਲ ਪੁਰਖ, ਸਾਧ ਸੰਗਤ ਅਤੇ ਮਨੁੱਖ ਮਾਤਰ ਨਾਲ ਪ੍ਰੇਮ ਕਰਨਾ ਸਿੱਖਦਾ। ਹੁਣ ਇਹਨਾਂ ਦੀ ਗੱਲ ਮੈਂ ਵਿਆਖਿਆ 'ਚ ਨਹੀਂ ਪੈਂਦਾ। ਪਹਿਲਾਂ ਅਕਾਲ ਪੁਰਖ ਸੰਗਤ ਰਾਹੀਂ ਆਂਦੀ ਜਾਚ, ਫਿਰ ਉਹ ਜਹ ਜਹ ਪੇਖੋ ਤਾਂ ਹਜ਼ੂਰ, ਸਭ ਮੈਂ ਜੋਤ ਜੋਤ ਹੈ ਸੋਏ, ਜਿਹੜੇ ਕਨਸੈਪਟ ਨੇ। ਹਰ ਬੰਦੇ 'ਚ ਜਦੋਂ ਪਰਮਾਤਮਾ ਦਿਖਦਾ
ਤਾਂ ਉਹ ਉਦੋਂ ਬੰਦਾ ਰੱਬ ਦੀ ਪ੍ਰਾਪਤੀ ਦੇ ਨੇੜੇ ਜਾਂਦਾ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਆ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪਿਆਰ ਉਹ ਹੈ ਜਦੋਂ ਅਸੀਂ ਹਰ ਪਾਸੇ, ਹਰ ਥਾਂ 'ਤੇ, ਹਰ ਬੰਦੇ ਵਿੱਚ ਰੱਬੀ ਜੋਤ ਨੂੰ ਮਹਿਸੂਸ ਕਰਦੇ ਹਾਂ। ਸੋ ਇਹ ਜਿਹੜਾ ਪ੍ਰੇਮ ਹੈ, ਜਿਵੇਂ ਪਹਿਲਾਂ ਗੱਲ ਚੱਲੀ ਸੀ, ਇਹ ਪ੍ਰੇਮ ਇੱਕ ਜਿਵੇਂ ਗੁਰੂ ਸਾਹਿਬ ਦੇ ਪਿਆਰੇ ਬਚਨ ਨੇ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਇਹ ਪ੍ਰੇਮ ਇੱਕ ਟਾਈਮ 'ਤੇ ਆ ਕੇ ਸ਼ਹਾਦਤ ਦਾ ਰੂਪ ਧਾਰਨ ਕਰਦਾ। ਸ਼ਹੀਦ ਹੋਣਾ ਬੰਦਾ ਆਪਣੇ ਆਪ ਨੂੰ ਪ੍ਰਵਾਨ ਕਰ ਲੈਂਦਾ ਵੀ ਇਸ ਰਾਹ ਦੇ ਉੱਤੇ ਮੇਰੀ ਇਸ ਬਾਡੀ ਦੀ, ਮੇਰੀ ਜਾਨ ਦੀ ਕੋਈ ਕੀਮਤ ਨਹੀਂ। ਜਦੋਂ ਇਸ ਰੂਪ ਵਿੱਚ ਆਉਂਦਾ ਤਾਂ ਜਿਵੇਂ ਮਹਾਰਾਜ ਕਹਿੰਦੇ ਆ, ਸੰਮਨ ਮੁਸਨ ਦੀ ਉਦਾਹਰਨ ਦਿੰਦੇ ਆ, ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਥ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸੀ ਦਿਨੇ ਕਾਟ। ਸਾਰੀ ਆਪਾਂ ਸੁਣੀ ਹੋਈ ਹੈ ਸਾਖੀ ਸੰਮਨ ਮੁਸਨ। ਉਹ ਪ੍ਰੇਮ ਦੀ ਸਿਖਰ ਹੈ। ਉਸ ਸਿਖਰ ਦੇ ਵਿੱਚ ਫਿਰ ਜਿਹੜਾ ਪਿਆਰ ਹੈ ਉਹ ਅੰਨਾ ਹੋ ਜਾਂਦਾ। ਪਿਆਰ ਕਹਿੰਦੇ ਲਵ ਇਜ਼ ਬਲਾਈਂਡ। ਮੀਰਦਾਸ ਕਹਿੰਦਾ ਵੀ ਇਹ ਪਿਆਰ ਹਮੇਸ਼ਾ ਅੰਨਾ ਹੁੰਦਾ ਬੇਸ਼ੱਕ, ਕਿਉਂਕਿ ਪਿਆਰੇ ਨੂੰ ਆਪਣੇ ਪ੍ਰੀਤਮ ਵਿੱਚ ਕੋਈ ਨੁਕਸ ਨਹੀਂ ਨਜ਼ਰ ਆਉਂਦਾ। ਇਸ ਕਰੀ ਉਹ ਅੰਨਾਪਨ ਹੀ ਉੱਤਮ ਸੁਜਾਖਾਪਨ ਹੈ ਕਹਿੰਦਾ। ਸੋ ਇਹ ਜਿਹੜੇ ਪਿਆਰ ਦੇ, ਰੱਬੀ ਪਿਆਰ ਦੇ ਜਿਹੜੇ ਇਹਨੂੰ ਪ੍ਰਾਪਤ ਕਿਵੇਂ ਹੋਵੇ, ਇਹਦੇ ਮਤਲਬ ਅੱਗੇ ਕਈ ਮੈਂ ਸਬ ਪਾਰਟਸ ਬਣਾਏ ਹੋਏ ਆ। ਇਹਦੀ ਕਮਾਈ ਕਰਨੀ, ਇਹਦੇ ਪ੍ਰੇਮੀ ਦੇ ਜਿਸ ਹਿਰਦੇ ਵਿੱਚ ਉਹ ਪ੍ਰੇਮ ਆ ਕੇ ਵੱਸਦਾ, ਉਹਦੇ ਕਿਵੇਂ ਫਿਰ ਹੁੰਦੇ ਆ, ਉਹਦੇ ਚੱਕਰ ਚਿਹਨ ਕਿਵੇਂ ਦੇ ਹੁੰਦੇ ਆ, ਉਹ ਨਿਸ਼ਾਨੀਆਂ ਪਿਆਰ ਦੀਆਂ, ਅਤੇ ਹੋਰ ਸਾਰਾ ਕੁਝ ਬਹੁਤ ਕੁਝ ਇੱਥੇ ਮਹਾਰਾਜ ਨੇ ਕਿਰਪਾ ਕੀਤੀ ਸੀਗੀ, ਇਸ ਪੇਪਰ ਦੇ ਵਿੱਚ ਝਰੀਟਿਆ ਸੀ। ਸਮੇਂ ਦੀ ਘਾਟ ਕਰਕੇ ਕਹਿ ਲਓ, ਜਾਂ ਮੇਰੇ ਵਿਖਿਆਨ ਦੇ ਵਿੱਚ ਪਹਿਲਾਂ ਉੱਧਰ ਜ਼ਿਆਦਾ ਸਟ੍ਰੈਸ ਦਾਤਾ, ਅਤੇ ਇੱਧਰ ਜਿਹੜਾ ਮੇਨ ਥੀਮ ਸੀਗਾ ਉਹ ਇੱਕ ਤਰ੍ਹਾਂ ਮਾਈਨਸ ਹੀ ਹੋ ਗਿਆ। ਮੈਂ ਮਾਫੀ ਚਾਹੁੰਦਾ। ਜਿਹੜਾ ਕੋਈ ਸੱਜਣ ਇਸ 'ਚੋਂ ਪੇਪਰ ਨੂੰ ਪੜ੍ਹਨਾ ਚਾਹੁੰਦਾ ਹੋਵੇ, ਮੇਰੇ ਤੋਂ ਸੌਫਟ ਕਾਪੀ ਵੀ ਲੈ ਸਕਦਾ, ਬਾਬਾ ਜੀ ਪਾਸੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਅਤੀ ਸਤਿਕਾਰਯੋਗ ਬਾਬਾ ਸੋਹਣ ਸਿੰਘ ਜੀ, ਪ੍ਰਿੰਸੀਪਲ ਸੁਖਵੰਤ ਸਿੰਘ ਜੀ ਮੈਨੂੰ ਮਿੱਤਰ ਕਹਿ ਕੇ ਨਵਾਜਦੇ ਨੇ, ਅਤੇ ਵਾਕਈ ਮਿੱਤਰ ਨੇ। 22 ਸਾਲ ਤੋਂ ਇਹਨਾਂ ਨਾਲ ਪ੍ਰੇਮ ਤੁਰਿਆ ਹਰੇ। ਜਦੋਂ ਗੁਰਮਤਿ ਕਾਲਜ ਪੜ੍ਹਦੇ ਸੀਗੇ ਉਦੋਂ ਪਟਿਆਲੇ ਆਉਂਦੇ ਹੁੰਦੇ ਸੀਗੇ ਸਟੂਡੈਂਟਸ ਲੈ ਕੇ ਡਿਪਲੋਮਾ ਇਨ ਗੁਰਮਤਿ ਸੰਗੀਤ ਕਰਾਉਣ। ਤਾਂ ਹੋਰ ਸਾਰੇ ਪ੍ਰਬੰਧਕ ਸੱਜਣਾਂ ਦਾ, ਭਾਈ ਵਿੰਦਰ ਸਿੰਘ ਜੀ ਬੈਠੇ ਨੇ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਹੋਰ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।